ਅੱਜ ਅਸੀਂ ਆਪਾਂ ਟੈਸਟ ਨੰਬਰ 5 ਦੇਖਾਂਗੇ। ਇਸ ਵਿੱਚ ਲਗਭਗ ਆਪਾਂ 100 ਕੁਐਸਚਨ ਡਿਸਕਸ ਕਰਾਂਗੇ। ਦੈਨ ਸੋ ਆਪਾਂ 120 ਕੁਐਸਚਨਸ ਕਰ ਲਏ ਸੀ। ਦੈਨ ਮੈਂ ਤੁਹਾਨੂੰ ਨਾਲ ਆਨਸਰਸ ਜਿਹੜੇ ਨੇ ਉਹ PDF ਦੇ ਨਾਲ ਪ੍ਰੋਵਾਈਡ ਕਰਤੇ ਨੇ। ਤੁਸੀਂ PDF ਦੇਖੋਗੇ ਉਹਦੇ ਲਾਸਟ ਵਿੱਚ ਉਹਦੇ ਨਾਲ ਉਹਦੇ ਆਨਸਰਸ ਨੇ, ਠੀਕ ਹੈ। ਸੋ ਤੁਸੀਂ ਚੈੱਕ ਕਰ ਸਕਦੇ ਹੋ ਆਪਣਾ। ਚਲੋ ਹੁਣ ਆਪਾਂ ਅੱਗੇ ਆਪਾਂ 121ਵਾਂ ਕੁਐਸਚਨ ਦੇਖਾਂਗੇ ਆਪਾਂ। ਤਾਂ ਪਹਿਲਾ ਕੁਐਸਚਨ ਇਹ ਕਹਿ ਰਿਹਾ, ਕਹਿੰਦੇ ਫਿੱਕੀ ਹਿਸਟਰੀ ਇਜ਼ ਕਲੋਜ਼ਲੀ interwoven with the Indian struggle for independence. It is industrialization and its emergence as one of the most rapidly growth global economics. What is the meaning of F in the FICCI? ਉਹ ਕਹਿੰਦੇ ਜਿਹੜਾ ਫਿੱਕੀ ਹੈ ਇਹ ਆਪਣੇ ਭਾਰਤ ਆਜ਼ਾਦ ਹੋਣ ਤੋਂ ਪਹਿਲਾਂ ਹੀ ਬਣ ਚੁੱਕਾ ਸੀ, ਹੈ ਨਾ। ਭਾਰਤ ਆਜ਼ਾਦ ਹੋਣ ਤੋਂ ਪਹਿਲਾਂ ਹੀ ਇਸਟੈਬਲਿਸ਼ ਹੋ ਚੁੱਕਾ ਸੀ ਅਤੇ ਇੱਕ ਤਰੀਕੇ ਨਾਲ ਇਹਨੇ ਆਪਣੇ ਜੋ ਸਾਡਾ ਇੰਡੀਅਨ ਸਟਰਗਲ ਚੱਲ ਰਿਹਾ ਸੀ ਉਸ ਵਕਤ ਇਸਨੇ ਅੱਛੀ ਭੂਮਿਕਾ ਨਿਭਾਈ ਹੈ। ਦੈਨ ਹੈਜ਼ਾ ਜੇ ਆਪਾਂ ਇੰਡਸਟਰੀਲਾਈਜੇਸ਼ਨ ਦੇ ਹਿਸਾਬ ਸਿਰ ਦੇਖੀਏ, ਬਟ ਇਹ ਉਰੇ ਸਿਰਫ ਇੰਨਾ ਹੀ ਕੁਐਸਚਨ ਪੁੱਛਣਾ ਚਾਹ ਰਿਹਾ ਹੈ ਕਿ ਜਿਹੜਾ ਫਿੱਕੀ ਹੈ, ਠੀਕ ਹੈ, ਤਾਂ ਉਸ ਜਿਹੜਾ ਐਫ ਹੈ ਉਸਦਾ ਕਿਆ ਮਤਲਬ ਹੈ। ਯਾਨੀ ਕਿ ਤੁਹਾਨੂੰ ਫਿੱਕੀ ਦੀ ਫੁੱਲ ਫੋਰਮ ਪਤਾ ਹੋਣੀ ਚਾਹੀਦੀ ਹੈ। ਦੱਸੋ ਮੈਨੂੰ, ਆਪਸ਼ਨਸ ਆਪ ਪੜ੍ਹੋ। ਪੂਰੇ ਮੈਂ ਆਪਸ਼ਨਸ ਨਹੀਂ ਬੋਲਾਂਗਾ ਕਿਉਂਕਿ ਆਪਾਂ ਨੇ 100 ਕੁਐਸਚਨਸ ਕਰਨੇ ਤਾਂ ਆਪਸ਼ਨ ਤੁਹਾਨੂੰ ਖੁਦ ਹੀ ਪੜ੍ਹਨੇ ਪੈਣੇ ਆ। ਇਹਦਾ ਆਨਸਰ ਕੀ ਆ ਜਾਏਗਾ? ਫੈਡਰੇਸ਼ਨ, ਠੀਕ ਹੈ। ਕੀ ਆ ਜਾਏਗਾ? ਫੈਡਰੇਸ਼ਨ। ਤੇ ਪੂਰਾ ਫਿੱਕੀ ਦੀ ਫੁੱਲ ਫੋਰਮ ਕਿਆ ਹੈ? ਫੈਡਰੇਸ਼ਨ ਆਫ ਇੰਡੀਅਨ ਚੈਂਬਰਸ ਆਫ ਕਮਰਸ ਐਂਡ ਇੰਡਸਟਰੀ। ਦੈਨ ਕਦੋਂ ਸਟੈਬਲਿਸ਼ ਹੋਇਆ ਸੀ? 1927 ਵਿੱਚ ਸਟੈਬਲਿਸ਼ ਹੋਇਆ ਸੀ। ਇਹ ਤੁਹਾਨੂੰ ਯਾਦ ਰੱਖਣਾ ਹੈ। ਉਸ ਤੋਂ ਅਗਲਾ ਕੁਐਸਚਨ, ਹੂ ਵਾਜ਼ ਦਾ ਫਸਟ ਚੇਅਰਮੈਨ ਆਫ ਐਂਡ MD ਆਫ ਦੀ ਐਗਜ਼ਿਮ ਬੈਂਕ। ਜਿਹੜਾ ਐਗਜ਼ਿਮ ਬੈਂਕ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਉਸਦੇ ਫਸਟ ਚੇਅਰਮੈਨ ਕੌਣ ਸਨ? ਜੇ ਤੁਹਾਨੂੰ ਪਤਾ ਹੋਵੇ ਤਾਂ ਐਗਜ਼ਿਮ ਬੈਂਕ ਕਿਹਦੇ ਲਈ ਹੁੰਦਾ? ਐਕਸਪੋਰਟ ਇੰਪੋਰਟ ਲਈ ਹੁੰਦਾ ਹੈ ਨਾ। ਅਤੇ ਇਹਦੇ ਫਸਟ ਚੇਅਰਮੈਨ ਕੌਣ ਸਨ? ਇਹਦੇ ਫਸਟ ਚੇਅਰਮੈਨ ਸਨ RC ਸ਼ਾਹ ਸਨ। ਦੈਨ ਕਦੋਂ ਸਟੈਬਲਿਸ਼ ਹੋਇਆ ਇਹ ਦੱਸੋ? 1982 ਵਿੱਚ ਹੋਇਆ। ਕਿਸ ਐਕਟ ਦੇ ਨਾਲ ਹੋਇਆ? 1981 ਦੇ ਐਕਟ ਨਾਲ ਹੋਇਆ, ਯਾਨੀ ਕਿ ਐਕਸਪੋਰਟ ਇੰਪੋਰਟ ਬੈਂਕ ਆਫ ਐਕਟ 1981। ਦੈਨ ਸਮਝ ਗਏ? ਚਲੋ RC ਸ਼ਾਹ ਜਿਹੜੇ ਸੀ ਪਹਿਲੇ ਇਹਨਾਂ ਦੇ ਚੇਅਰਮੈਨ ਸਨ। ਉਸ ਤੋਂ ਬਾਅਦ ECGC ਲਿਮਟਿਡ wholly owned by the government of India was set up in the with the objective of promoting exports from the country by providing credit risk insurance and related service for exports। ਤਾਂ ਉਹ ਇਹ ਪੁੱਛਣਾ ਚਾਹ ਰਹੇ ਨੇ ਕਿ ਜਿਹੜਾ ECGC ਹੈ ਉਹ ਕਦੋਂ ਸਟੈਬਲਿਸ਼ ਹੋਇਆ? ਪਤਾ ਤਾਂ ਲੱਗ ਹੀ ਗਿਆ। ਕਰਦਾ ਕੀ ਹੈ? ਪ੍ਰਮੋਟ ਕਰਦਾ ਨਾ ਐਕਸਪੋਰਟਸ ਨੂੰ। ਕਿਵੇਂ ਪ੍ਰਮੋਟ ਕਰਦਾ? ਕ੍ਰੈਡਿਟ ਰਿਸਕ ਇੰਸ਼ੋਰੈਂਸ ਕਰਦਾ, ਤੁਹਾਡੀ ਜਿਹੜੀ ਰਿਸਕ ਨੂੰ ਘਟਾਉਂਦਾ ਅਤੇ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਪ੍ਰੋਵਾਈਡ ਕਰਦਾ। ਇਸ ਤਰ੍ਹਾਂ ਦੀ ਸਰਵਿਸਿਜ਼ ਦਿੰਦਾ ਐਕਸਪੋਰਟ ਦੇ ਵਕਤ। ਜਦੋਂ ਆਪਾਂ ਐਕਸਪੋਰਟ ਕਰਦੇ ਹਾਂ ਤਾਂ ਇਸ ਵਿੱਚ ਫੈਸਿਲੀਟੇਟ ਕਰਦਾ ਦੈਨ, ਤਾਂ ਕਿ ਤੁਹਾਡੀ ਐਕਸਪੋਰਟ ਜਿਹੜੀ ਮਾਰਕੀਟ ਆ ਉਹ ਹੋਰ ਵੱਧ ਸਕੇ। ਤਾਂ ਉਰੇ ਤੁਸੀਂ ਸਿਰਫ ਇੰਨਾ ਹੀ ਦੱਸਣਾ ਹੈ ਕਿ ਜਿਹੜਾ ECGC ਹੈ, ਠੀਕ ਹੈ, ਉਹਦੀ ਫੁੱਲ ਫੋਰਮ ਕਿਆ ਹੈ? ਸੌਰੀ ਮਾਫ ਕਰਨਾ, ਕਦੋਂ ਸਟੈਬਲਿਸ਼ ਹੋਇਆ? ਫੁੱਲ ਫੋਰਮ ਵੀ ਦੱਸ ਦਿਓ ਤੁਸੀਂ। ਐਸਟੈਬਲਿਸ਼ ਹੋਇਆ 1957 ਵਿੱਚ, ਠੀਕ ਹੈ। ਇਹ ਆਪਸ਼ਨ ਆ ਜਾਏਗਾ। ਅਤੇ ECGC ਨੂੰ ਫੁੱਲ ਫੋਰਮ 'ਚ ਕਿਆ ਕਹਿੰਦੇ ਨੇ? ਦੱਸੋ ਮੈਨੂੰ, ਦੱਸੋ। ਐਕਸਪੋਰਟ ਕ੍ਰੈਡਿਟ ਗਰੰਟੀ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ। ਦੈਨ ਕਰਦਾ ਕੀ ਹੈ? ਇਹ ਕ੍ਰੈਡਿਟ ਰਿਸਕ ਇੰਸ਼ੋਰੈਂਸ ਪ੍ਰੋਵਾਈਡ ਕਰਦਾ। ਓਕੇ, ਅਤੇ ਹੋਰ ਤਰੀਕੇ ਜਿਹੜੀ ਸਰਵਿਸਿਜ਼ ਆ ਉਹ ਵੀ ਪ੍ਰੋਵਾਈਡ ਕਰਦਾ ਇਜ਼ ਨਾਟ ਰਿਲੇਟਿਡ। ਅਗਲਾ ਕੁਐਸਚਨ, ECGC essential and export promotion organization seeking to improve the competitiveness of the Indian exports by providing them with the credit insurance covers. What is meaning of the G in the ECGC? ਦੱਸੋ। ਹੁਣ ਤਾਂ ਤੁਹਾਨੂੰ ਮੈਂ ਦੱਸ ਵੀ ਚੁੱਕਾ ਹਾਂ ਫੁੱਲ ਫੋਰਮ ਕਿਆ ਹੈ। ਕਿਆ ਆਨਸਰ ਹੋਏਗਾ ਇਹਦਾ? ਇਹ ਤੁਸੀਂ ਖੁਦ ਦੇਖਣਾ। ਅਗਲਾ ਕੁਐਸਚਨ, AIIB, ਇਹ ਵੀ ਤੁਹਾਨੂੰ ਪੜ੍ਹਾਇਆ ਹੋਇਆ ਹੈ, is a new multilateral financial institution founded to bring the countries together to address the daunting infrastructure needs across Asia. AIIB stands for, ਉਹ ਕਹਿੰਦੇ ਜਿਹੜਾ AIIB ਬਣਾਇਆ ਆਪਾਂ ਨੇ ਕਾਹਦੇ ਲਈ ਬਣਾਇਆ ਆਪਾਂ ਨੇ? ਕਹਿੰਦੇ ਜਿਹੜਾ ਸਾਨੂੰ ਇਨਫਰਾਸਟਰਕਚਰ ਵਿੱਚ ਮਤਲਬ ਹੋਲ ਦੇਖਣ ਨੂੰ ਮਿਲ ਰਿਹਾ, ਠੀਕ ਹੈ। ਇਨਫਰਾਸਟਰਕਚਰ ਏਸ਼ੀਆ ਵਿੱਚ, ਜੇ ਆਪਾਂ ਏਸ਼ੀਆ ਦੀ ਗੱਲ ਕਰੀਏ ਉਸ ਵਿੱਚ ਇੰਨਾ ਇਨਫਰਾਸਟਰਕਚਰ ਡਿਵੈਲਪ ਨਹੀਂ ਹੈ, ਉਹਦੇ ਲਈ ਬੈਂਕ ਬਣਾਇਆ ਗਿਆ। ਸਮਝ ਗਏ? ਤਾਂ ਕਿ ਕੈਪੀਟਲ ਪ੍ਰੋਵਾਈਡ ਕੀਤੀ ਜਾ ਸਕੇ, ਇਨਫਰਾਸਟਰਕਚਰ ਉੱਪਰ ਪੈਸਾ ਲਗਾਇਆ ਜਾ ਸਕੇ। ਤਾਂ ਉਰੇ 125ਵੇਂ ਕੁਐਸਚਨ ਵਿੱਚ ਇਹ ਪੁੱਛ ਰਿਹਾ ਇਹਦੀ ਫੁੱਲ ਫੋਰਮ ਕਿਆ ਹੈ AIIB ਦੀ। ਇਹ ਤੁਹਾਡੇ ਲਈ ਕੁਐਸਚਨ ਹੈ। ਇੱਦਾਂ ਨਹੀਂ ਆਨਸਰ ਦੱਸਾਂਗਾ, ਇਹ ਤੁਹਾਨੂੰ ਮੈਂ ਕਰਾਇਆ ਹੋਇਆ, ਇਹ ਤੁਸੀਂ ਆਪ ਦੇਖਣਾ। ਡਨ। ਦ ਵਰਲਡ ਬੈਂਕ ਗਰੁੱਪਸ ਕੰਸਿਸਟ ਆਫ ਹਾਊ ਮੈਨੀ ਆਰਗੇਨਾਈਜੇਸ਼ਨ। ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ, ਇਹ ਤੁਹਾਨੂੰ ਮੈਂ ਕਰਾਇਆ ਹੈ। ਵਰਲਡ ਬੈਂਕ 'ਚ ਦੱਸੋ ਕਿੰਨਾ ਆਉਂਦਾ ਹੈ? 2 ਆਉਂਦੇ ਨੇ। ਦੱਸੋ ਕਿਹੜੇ ਕਿਹੜੇ ਆਉਂਦੇ ਨੇ? ਇਹ ਵੀ ਤੁਸੀਂ ਮੈਨੂੰ ਦੱਸਣਾ। ਸੌਰੀ ਮਾਫ ਕਰਨਾ, 2 ਨਹੀਂ ਆਉਂਦੇ, ਮੈਂ ਗਲਤ ਕਰ ਗਿਆ। 5 ਆਉਂਦੇ ਨੇ, ਆਈ ਥਿੰਕ 5 ਹੀ ਆਉਂਦੇ ਨੇ। ਹਾਂ, IBRD ਆਉਂਦਾ ਇੱਕ, ਠੀਕ ਹੈ, ਇੱਕ ਏਡਾ ਹੈ, ਅਤੇ ਆਈ ਥਿੰਕ ਇੱਕ ਮਿਗ ਹੈ, ਇੱਕ IFC ਹੈ। ਸਮਝ ਗਏ? ਇੱਕ ਹੋਰ ਹੈ ਆਈ ਥਿੰਕ ਜਿਸ ਵਿੱਚ ਕੀ ਨਾਮ ਆਪਣੇ ਗੌਰਮੈਂਟ ਨੇ ਉਸਨੂੰ ਰੈਕਟੀਫਾਈ ਨਹੀਂ ਕੀਤਾ ਹੋਇਆ। ਇੱਕ ਹੈਗਾ ICSID ਆਈ ਥਿੰਕ, ਹੈ ਨਾ। ਇਹਦੀ ਫੁੱਲ ਫੋਰਮ ਕਿਆ ਹੈ? ਆਈ ਥਿੰਕ ਇੰਟਰਨੈਸ਼ਨਲ ਸੈਂਟਰ ਫੋਰ ਸੈਟਲਮੈਂਟ ਇਨਵੈਸਟਮੈਂਟ ਡਿਸਪਿਊਟ। ਯੈਸ, ਠੀਕ ਹੈ, ਓਕੇ। ਇਸ ਨੂੰ ਰੈਕਟੀਫਾਈ ਨਹੀਂ ਕੀਤਾ ਗੌਰਮੈਂਟ ਨੇ। ਬਾਕੀ ਚਾਰੋਂ ਬੈਂਕ ਵਿੱਚ ਕਿਤੇ ਨਾ ਕਿਤੇ ਸਾਨੂੰ ਦੇਖਣ ਨੂੰ ਮਿਲਦਾ ਹੈ
बट इसनूं रैटीफाई नहीं किया होया, ये ध्यान च रखना। अगला क्वेश्चन, द वर्ल्ड बैंक इज लाइक अ कोऑपरेटिव मेड ऑफ द डैश मैंबर कंट्रीज, दीज मैंबर कंट्रीज और शेयर होल्डर्स आर रिप्रजेंटेड बाय द बोर्ड ऑफ गवर्नर्स हु आर द अल्टीमेट पॉलिसी मेकर एट द वर्ल्ड बैंक। तो दसो किन्ने मैंबर देखने को मिलते हैं वर्ल्ड बैंक विच? इस देखने को मिलते हैं 189 देखने को मिलते हैं। अगला क्वेश्चन, नेम द एजेंसी विच इज एन एजेंसी टू प्रोवाइड द सॉफ्ट लोन टू डेवलपिंग कंट्रीज, कि सॉफ्ट लोन प्रोवाइड का मतलब क्या हो गया कि जो ब्याज होएगा वो बहुत घट होएगा, समझ गए? किस ਨੂੰ प्रोवाइड किया जाता है? डेवलपिंग कंट्रीज ਨੂੰ। दसो ਕਿਹੜੀ ऐसी ऑर्गेनाइजेशन ਤੁਹਾਨੂੰ लगती है? बहुत आसान है, दसो मैनू। ਇਹਦਾ आंसर क्या आ जाएगा? एडा आ जाएगा। ਜਿਹੜਾ ਉੱਪਰ ਮੈਂ ਵਰਲਡ ਬੈਂਕ ਪੁੱਛਿਆ ਨਾ, ਆਈ ਥਿੰਕ ਮੈਨੂੰ ਨਾ ਐਂ ਲੱਗਿਆ ਕਿ ਜਿਹੜਾ ਅਗਲਾ ਵਰਲਡ ਬੈਂਕ ਬਾਰੇ ਗੱਲ ਕੀਤੀ ਹੈ, ਫਿਰ ਜੇ ਆਪਾਂ ਇਕੱਲੇ ਵਰਲਡ ਬੈਂਕ ਦੀ ਗੱਲ ਕਰਦੇ ਹਾਂ ਤਾਂ IBRD ਪਲੱਸ ਏਡਾ ਨੂੰ ਹੀ ਆਪਾਂ ਵਰਲਡ ਬੈਂਕ ਕਹਿੰਦੇ ਹਾਂ। ਜਦੋਂ ਵਰਲਡ ਬੈਂਕ ਗਰੁੱਪ ਦੀ ਗੱਲ ਕਰਦੇ ਹਾਂ ਫਿਰ ਆਪਾਂ 5 ਬੈਂਕਾਂ ਦੀ ਗੱਲ ਕਰਦੇ ਹਾਂ, ਸਮਝ ਗਏ? ਮਤਲਬ 5 ਆਰਗੇਨਾਈਜੇਸ਼ਨ ਦੀ ਗੱਲ ਕਰਦੇ ਹਾਂ। ਤਾਂ ਵਟ ਇਜ਼ ਦ ਆਥੋਰਾਈਜ਼ ਕੈਪੀਟਲ ਆਫ ਨਿਊ ਡਿਵੈਲਪਮੈਂਟ ਬੈਂਕ? ਦੱਸੋ ਕਿੰਨੀ ਆਥੋਰਾਈਜ਼ ਕੈਪੀਟਲ ਸੀ ਨਿਊ ਡਿਵੈਲਪਮੈਂਟ ਬੈਂਕ ਦੀ? ਇਹਦਾ ਆਂਸਰ ਤੁਹਾਨੂੰ ਜੇ ਨਹੀਂ ਵੀ ਆਉਂਦਾ ਨਾ ਤਾਂ ਤੁਸੀਂ ਇਸ ਨੂੰ ਸਕਿਪ ਵੀ ਕਰ ਸਕਦੇ ਹੋ, ਕਿਉਂਕਿ ਇੰਨੇ ਕੁਛ ਤੁਹਾਨੂੰ ਯਾਦ ਨਹੀਂ ਰਹਿ ਸਕਦੇ। ਓਕੇ, ਇਹਦਾ ਆंसर ਕੀ ਆਏਗਾ ਦੱਸੋ? ਇਹਦਾ आंसर ਆ ਜਾਏਗਾ USD 100 ਬਿਲੀਅਨ। ਠੀਕ ਹੈ। ਉਸ ਤੋਂ ਬਾਅਦ ਦ ਫਸਟ ਬੋਰਡ ਆਫ ਗਵਰਨਰਸ ਮੀਟਿੰਗ ਆਫ ਦ ਬ੍ਰਿਕਸ ਨਿਊ ਡਿਵੈਲਪਮੈਂਟ ਬੈਂਕ ਵਾਸ ਹੈਲਡ ਇਜ਼ ਔਨ ਦ 7 ਜੁਲਾਈ 2015 ਵੇਅਰ ਦ ਬੈਂਕ ਫਾਰਮਲੀ ਕੇਮ ਟੂ ਐਗਜ਼ਿਸਟੈਂਸ ਲੀਗਲ ਐਂਟਿਟੀ। ਦੱਸੋ ਮੈਨੂੰ ਕਿ ਕਿਹੜਾ ਮਤਲਬ ਕਿਸ ਥਾਂ ਤੇ ਸਾਨੂੰ ਇਹ ਪਤਾ ਲੱਗਿਆ ਕਿ ਇਹ ਇੱਕ ਤਰ੍ਹਾਂ ਦਾ ਲੀਗਲ ਐਂਟਿਟੀ ਬਣ ਚੁੱਕਾ ਹੈ, ਇਹਦੀ ਐਗਜ਼ਿਸਟੈਂਸ ਇੱਕ ਤਰੀਕੇ ਨਾਲ ਲੀਗਲ ਐਂਟਿਟੀ ਦੇ ਹਿਸਾਬ 'ਚ ਹੋ ਚੁੱਕੀ ਹੈ। ਕਿਹੜੀ ਜਗ੍ਹਾ ਤੇ? ਤੇ ਮੀਟਿੰਗ ਕਿੱਥੇ ਹੋਈ ਸੀ? ਰਸ਼ੀਆ ਵਿੱਚ ਹੋਈ ਸੀ। ਠੀਕ ਹੈ। ਉੱਥੇ ਸਾਨੂੰ ਇਸ ਤਰ੍ਹਾਂ ਪਤਾ ਲੱਗਿਆ ਕਿ ਇਹ ਬ੍ਰਿਕਸ ਬੈਂਕ ਹੁਣ ਇੱਕ ਲੀਗਲ ਐਂਟਿਟੀ ਬਣ ਚੁੱਕਾ ਹੈ। ਉਸ ਤੋਂ ਬਾਅਦ ਵੈਨ ਮੋਰ ਦੈਨ ਵਨ ਬੈਂਕ ਇਜ਼ ਅਲਾਉਇੰਗ ਕ੍ਰੈਡਿਟ ਫੈਸਿਲਿਟੀਜ਼ ਟੂ ਵਨ ਪਾਰਟੀ ਇਨ ਕੋਆਰਡੀਨੇਸ਼ਨ ਵਿਦ ਈਚ ਅਦਰ ਅੰਡਰ ਅ ਫਾਰਮਲ ਅਰੇਂਜਮੈਂਟ, ਦ ਅਰੇਂਜਮੈਂਟ ਇਜ਼ ਜਨਰਲੀ ਨੋਨ ਐਜ਼, ਕੀ ਕਹਿੰਦੇ ਉਸ ਅਰੇਂਜਮੈਂਟ ਨੂੰ? ਦੱਸੋ। ਉਸਨੂੰ ਕਹਿੰਦੇ ਆ ਕੰਸੋਰਟ। ਠੀਕ ਹੈ, ਇਹ ਆਪਸ਼ਨ ਆ ਜਾਏਗਾ। ਓਕੇ, ਉਸ ਤੋਂ ਬਾਅਦ ਅਗਲਾ ਕੁਐਸਚਨ, ਦ ਵਰਲਡ ਬਿਜ਼ਨਸ ਕਾਊਂਸਲ ਫॉर ਸਸਟੇਨੇਬਲ ਡਿਵੈਲਪਮੈਂਟ ਹੈਡਕੁਆਟਰ ਕਿੱਥੇ ਆ ਉਹਦੇ? ਇਹ ਪੁੱਛ ਰਹੇ। ਇਹਦੇ ਹੈਡਕੁਆਟਰ ਕਿੱਥੇ ਹੈ? ਜਨੀਵਾ ਸਵਿਟਜ਼ਰਲੈਂਡ ਵਿੱਚ ਹੈ। ਡਨ। ਤੇ ਇਸਦੇ ਪ੍ਰੈਜ਼ੀਡੈਂਟ ਕੌਣ ਹੈ? ਪੀਟਰ ਬੈਕਰ ਨੇ। ਠੀਕ ਹੈ, ਯਾਦ ਰੱਖਣਾ ਇਹਨਾਂ ਦੇ ਪ੍ਰੈਜ਼ੀਡੈਂਟ ਕੌਣ ਹੈ? ਪੀਟਰ ਬੈਕਰ ਨੇ। ਸਮਝ ਗਿਆ? ਉਸ ਤੋਂ ਅਗਲਾ ਕੁਐਸਚਨ, ਵਟ ਇਜ਼ ਦ ਮੈਕਸਿਮਮ ਪੀਰੀਅਡ ਫॉर ਵਿਚ ਦ ਟਰਮ ਡਿਪੋਜ਼ਿਟ ਕੈਨ ਬੀ ਨਾਰਮਲੀ ਓਪਨ? ਦੱਸੋ। ਜਿਹੜੇ ਟਰਮ ਡਿਪੋਜ਼ਿਟ ਆਪਾਂ ਕਰਦੇ ਹਾਂ, ਠੀਕ ਹੈ, ਜਿਵੇਂ FD ਵਗੈਰਾ ਕਰਦੇ ਹਾਂ, ਮਤਲਬ ਮੈਕਸਿਮਮ ਪੀਰੀਅਡ ਕਿੰਨਾ ਹੋ ਸਕਦਾ? ਜਿਵੇਂ 1 ਸਾਲ ਹੁੰਦਾ, 2 ਸਾਲ ਹੁੰਦਾ, ਤਾਂ ਮੈਕਸਿਮਮ ਪੀਰੀਅਡ ਕਿੰਨਾ ਹੋ ਸਕਦਾ? ਇਹਦਾ ਆਂਸਰ ਕੀ ਆ ਜਾਏਗਾ ਆਪਣਾ? 10 ਸਾਲ। ਓਕੇ। ਸਪੈਸ਼ਲ ਡਰਾਇੰਗ ਰਾਈਟਸ ਆਰ ਸਪਲੀਮੈਂਟਰੀ ਫੋਰਨ ਐਕਸਚੇਂਜ ਰਿਜ਼ਰਵ ਐਸਟ ਡਿਫਾਈਨ ਆਰ ਮੇਨਟੇਨਡ ਬਾਏ, ਜਿਹੜੇ ਸਪੈਸ਼ਲ ਡਰਾਇੰਗ ਰਾਈਟਸ ਹੈ ਇੱਕ ਤਰ੍ਹਾਂ ਦੇ ਸਪਲੀਮੈਂਟਰੀ ਹੈ ਨਾ, ਇੱਕ ਤਰ੍ਹਾਂ ਦੇ ਰਿਜ਼ਰਵ ਐਸੈਟਸ ਹੈ, ਇਹ ਕੌਣ ਮੇਨਟੇਨ ਕਰਦਾ? ਇਹ IMF करता है। ठीक है, आई थिंक है ना, इंटरनेशनल मॉनेटरी फंड। उसके बाद उज्जीवन स्मॉल फाइनेंस बैंक, उज्जीवन, अच्छा सॉरी मैं उज्ज्वल कह गया, उज्जीवन स्मॉल फाइनेंस बैंक लिमिटेड इज अ बैंक लाइसेंस अंडर ऑफ द बैंकिंग रेगुलेशन एक्ट 1949 टू कैरी आउट द स्मॉल फाइनेंस बैंक इन इंडिया। किस सैक्शन के अधीन करता है? ਕਹਿਣ ਦਾ ਭਾਵ ਇਹ ਹੋ ਗਿਆ ਜਿਹੜਾ ਉਜਵਨ ਸਮਾਲ ਫਾਈਨੈਂਸ ਬੈਂਕ ਜਿਹੜਾ ਬਣਿਆ ਹੈ ਉਹ ਬੈਂਕਿੰਗ ਰੈਗੂਲੇਸ਼ਨ ਐਕਟ ਦੇ ਹਿਸਾਬ ਸਿਰ ਬਣਿਆ, ਮਗਰ ਬੈਂਕਿੰਗ ਰੈਗੂਲੇਸ਼ਨ ਐਕਟ ਦੇ ਅੰਡਰ ਇੱਕ ਸੈਕਸ਼ਨ ਹੈ ਉਸ ਦੇ ਵਿੱਚ ਇਸ ਬਾਰੇ ਗੱਲਾਂ ਲਿਖੀਆਂ ਹੋਈਆਂ ਸਮਾਲ ਫਾਈਨੈਂਸ ਬੈਂਕ ਬਾਰੇ, ਤਾਂ ਉਸ ਆਧਾਰ ਤੇ ਬੈਂਕ ਨਿਕਲ ਕੇ ਸਾਹਮਣੇ ਆਇਆ, ਉਸ ਸੈਕਸ਼ਨ ਬਾਰੇ ਪੁੱਛ ਰਹੇ ਨੇ ਉਹ। ਇਹਦਾ ਆਨਸਰ ਕੀ ਆ ਜਾਏਗਾ ਆਪਣਾ? ਦੱਸੋ। ਸੈਕਸ਼ਨ 22। ਠੀਕ ਹੈ। ਅਗਲਾ ਕੁਐਸਚਨ, when there is a difference between all receipts and expenditure of the government of India both capital and revenue card, ਦੱਸੋ। ਇਹ ਖੁਦ ਦੱਸਣਾ ਤੁਹਾਨੂੰ ਮੈਨੂੰ। ਇਹ ਹੋ ਜਾਏਗਾ ਆਪਣਾ ਬਜਟਰੀ ਡੈਫਿਸਿਟ। ਉਰੇ ਤੁਹਾਨੂੰ ਇੱਕ ਹੋਮਵਰਕ ਦੇ ਰਹੇ ਹਾਂ, ਤੁਸੀਂ ਬਜਟਰੀ ਡੈਫਿਸਿਟ, ਨੋਰਮਲ ਡੈਫਿਸਿਟ, ਇਨਕਮ ਐਕਸਪੈਂਡੀਚਰ ਕੀ ਹੁੰਦਾ, ਠੀਕ ਹੈ, ਰਿਸਿਪਟਸ ਐਕਸਪੈਂਡੀਚਰ ਦੇ ਹਿਸਾਬ ਸੇ ਸਾਰੀਆਂ ਚੀਜ਼ਾਂ ਟਰਮਨੋਲੋਜੀ ਤੁਹਾਨੂੰ ਪੜ੍ਹ ਕੇ ਆਣੀ ਹੈ ਇਕੋਨੋਮਿਕਸ ਵਿੱਚ। ਠੀਕ ਹੈ। ਅਗਲਾ ਕੁਐਸਚਨ, ਅੰਡਰ ਵਿਚ ਐਕਟ NBFC ਆਰ ਇਨਕੋਪਰੇਟਡ, ਠੀਕ ਹੈ, ਕਿਸ ਐਕਟ ਦੇ ਆਧਾਰ ਸੇ NBFC ਬਣੇ ਨੇ ਮੈਨੂੰ ਦੱਸੋ। ਜੇ ਬਣਦੇ ਵੀ ਨਹੀਂ ਅੱਗੇ ਆ ਕੇ ਤਾਂ ਕਿਸ ਐਕਟ ਦੇ ਹਿਸਾਬ ਸਿਰ ਬਣਦੇ ਨੇ? ਉਹ ਬਣਦੇ ਨੇ ਸਾਰੇ NBFC ਕੰਪਨੀਜ਼ ਐਕਟ ਦੇ ਹਿਸਾਬ ਸਿਰ ਬਣਦੇ ਨੇ, ਯਾਦ ਰੱਖਣਾ ਇਹਨੂੰ, ਬੈਂਕਿੰਗ ਰੈਗੂਲੇਸ਼ਨ ਵਿੱਚ ਨਾ ਪਾ ਦੇਣਾ। ਓਕੇ। ਅਗਲਾ ਕੁਐਸਚਨ, डैश इज अ स्टैंडर्ड फॉर्मेट ऑफ बैंक आइडेंटिफायर कोड यानी कि BIC फॉर बैंक्स टू आइडेंटिफाई द बैंक्स एंड फाइनेंशियल इंस्टीट्यूशन ग्लोबली। दसो केड़ा फॉर्मेट है ऐसे बैंकिंग कोड्स का जो आइडेंटिफाई करता है बैंक्स नूं ते फाइनेंशियल इंस्टीट्यूशन ग्लोबली जे आपां गल करिए, ऐसा केड़ा स्टैंडर्ड फॉर्मेट है जिते सानूं ये चीज़ां हो सकदियां?
कोर्स बारे पता लग सकता है, आइडेंटिफाई कर सकते हैं। ये हैगा स्विफ्ट, ठीक है। उस तो बाद अगला क्वेश्चन, विच ऑफ द फॉलोइंग इज द मेनली यूज बाय द बैंक्स इन ऑर्डर टू मीट द टैंपरेरी रिक्वायरमेंट ऑफ कैश ऑन डेली बेसिस। दसो इन्होंने चो ऐसी किहड़ी चीज़ है जो नॉर्मली बैंक यूज़ करते हैं ताकि वो अपनी टैंपरेरी कैश रिक्वायरमेंट में पूरा कर सकें डेली बेसिस पे। दसो की यूज़ करते हैं, कॉल मनी, ठीक है। टैंपरेरी बेस से होंगे, शॉर्ट टर्म होंगे। द गवर्नमेंट लॉन्च दी भारत बाई, ठीक है, या भारत 22 ETF मैनेज बाय ICICI प्रोड्यूशियल म्यूचुअल फंड टारगेटिंग एन इनिशियल अमाउंट ऑफ 8,000 करोड़। वट इज द मीनिंग ऑफ द ETF? टी दी क्या मतलब मीनिंग है, दसो ETF विच? ਇਹਦਾ मीनिंग हैगा ट्रेडिड। डन, क्या मीनिंग हैगा? ट्रेडिड। ये तुसी याद रखना है, ओके। यानी कि पूरी फुल फॉर्म क्या है? एक्सचेंज ट्रेडिड फंड। समझ गए? अगला क्वेश्चन अगे देखो, अगला क्वेश्चन हैगा अपना, द बोर्ड ऑफ इंडस्ट्रियल एंड फाइनेंशियल रिकनस्ट्रक्शन केम इनटू एग्जिस्टेंस। जो बोर्ड है अपना इंडस्ट्रियल एंड फाइनेंशियल रिकनस्ट्रक्शन का, कदों आया, किस सन विच आया? ये अपना आया कदों, दसो? 1987 विच आया। कदों आया? 1987 विच आया। समझ गए? ओके, चलो उस तो बाद अगला क्वेश्चन देखो, नेम द फर्स्ट यूनिवर्सल बैंक इन इंडिया। पहला यूनिवर्सल बैंक किहड़ा सी इंडिया विच? ये हैगा सी अपना ICICI बैंक। यूनिवर्सल बैंक की गल की है, ICICI बैंक होएगा। अगला क्वेश्चन, ट्रिप्स एंड ट्रिम्स आर एसोसिएटेड विद विच ऑफ द फॉलोइंग ऑर्गेनाइजेशन। ये ट्रिप्स ते ट्रिम्स हैं और किस नाल एसोसिएटेड है, दसो मैनू? WTO नाल, AIB नाल, IMF नाल, IDA नाल, WHO नाल। ये हैगे अपने वर्ल्ड ट्रेड ऑर्गेनाइजेशन नाल, ठीक है। समझ गए? ओके, चलो ते ट्रिप्स की फुल फॉर्म क्या है तो ट्रिम्स की फुल फॉर्म क्या है, ये तुसीं मैनू दसना। समझ गए ना? वैसे तुहानूं ट्रिम्स में फुल फॉर्म दस देना, ट्रेड रिलेटेड इन्वेस्टमेंट मेजर्स, तो तुसीं मैनूं उरे दसना कि ट्रिप्स की क्या फुल फॉर्म है। ट्रेजरी बिल्स आर इशूड इन इंडिया। ट्रेजरी बिल्स नूं कौन इशू करता है? ये इशू कौन करता है? गवर्नमेंट ऑफ इंडिया करती है। याद रखना, RBI नहीं करती, गवर्नमेंट ऑफ इंडिया करती है। विच ऑफ द फॉलोइंग इज एन इंडिपेंडेंट कमोडिटी एक्सचेंज बेस्ड इन द मुंबई। दसो मैनूं ऐसी केड़ी हैगी ऑर्गेनाइजेशन जो कमोडिटी बेस मतलब कि नाम है डील करती है कमोडिटी एक्सचेंज विच? मुंबई विच आउंदे हैडकुआटर। ये हैगी अपनी केड़ी हैगी? MCX, ठीक है। इनू की कहते हैं? मल्टी कमोडिटी एक्सचेंज ऑफ इंडिया, ठीक है। ओके, कदों आई है, कदों इस्टैबलिश हुई? 2003 में इस्टैबलिश हुई। अगे इकरा, क्रिजल एंड स्टैंडर्ड एंड पुअर आर की हुंदे ने? इकरा, क्रिजल तो स्टैंडर्ड एंड पुअर ये की ने? फाइनेंशियल इंस्टीट्यूशन ने, NGO ने, NBFC ने, क्रेडिट रेटिंग एजेंसीज ने, नन ऑफ द अबव, यानी नन ऑफ द गिवन ऑप्शंस ट्रू। इसका आंसर क्या आ जाएगा अपना? एक क्रेडिट रेटिंग एजेंसी ने ये रेटिंग देंगे ने, ठीक है, साढ़े बैंक्स नूं, सारे मतलब जिहड़े साढ़े इंस्टीट्यूशन पब्लिक गवर्नमेंट बैंक प्राइवेट नूं एक तरह ना रेट करते हैं विद द रैफरेंस टू द चैक विच ऑफ द फॉलोइंग इज ड्रॉई बैंक। जे आप चैक के हिसाब से समझना कोशिश करिए तो ड्रॉई बैंक कौन होएगा? वो बैंक जो कलैक्ट कर रहा है, द पेइस बैंक, द एंडोर्सस बैंक, द बैंक अपॉन विच द चैक इज ड्रॉन। नन ऑफ द ऑप्शंस ट्रू, नन ऑफ द गिवन ऑप्शंस इज ट्रू। दसो ਇਹਦਾ ਆਨਸਰ ਕੀ ਆ ਜਾਏਗਾ ਆਪਣਾ? डी ऑप्शन, द बैंक अपॉन विच इज अ चैक इज ड्रॉन। तो आप ड्रॉई कहते किनू है? ड्रॉई किनू कहते हैं? आप एक कहते लीगल टर्म है एक बैंकिंग का जो कादे यूज़ किया जाता है, जो एक तरह ना डायरैक्शन दी जाती है कि तू इन्नी पे जी है, इन्नी जी अमाउंट है तू पे कर, ठीक है। ड्रॉई नहीं देखना, डायरैक्शन दी जाती है किस दे वालों? डिपोजिटर वालों, तो ये पेमेंट कर। समझ गए? उसको आप ड्रॉई कहने हैं। उस अगला क्वेश्चन, वेयर इज द हैडक्वार्टर ऑफ ड्यूस्टिस बैंक। दसो इसका आंसर आ जाएगा अपना जर्मनी। ओके, अगला क्वेश्चन, वैन वाज द करंसी सिस्टम इन इंडिया कन्वर्टेड इनटू डेसिमल सिस्टम। कहते किस सन विच ते किहड़े मंथ ते किहड़ी तरीक नूं अपना जिहड़ा करंसी सिस्टम सी उसनूं आपां कन्वर्ट कर चुके थे डेसिमल सिस्टम विच। ये आपने कदों किया सी? बी ऑप्शन, अप्रैल 1 1957, ठीक है। एक एक्ट भी पास किया सी आपने, यानी कि अमेंडमेंट की सी आपने। समझ गए? डेसिमल सिस्टम बाय इंडियन कॉइनेज अमेंडमेंट एक्ट 1955 का, जिसके आधार पर आपने अपने करंसी सिस्टम को डेसिमल सिस्टम में कन्वर्ट करता सी। उस तो बाद ABN एमरो
बैंक के हैडकुआटर कितने हैं। जे इसके हैडकुआटर तुहानूं नहीं भी पता तो इग्नोर करना, स्किप करना ऐसे क्वेश्चनस नूं। जो इस तरह का कभी क्वेश्चन पूछ ले जान तो उन्होंने स्किप करना, तुमने गलत ना कर आना, मार्क्स कट्टे जाएंगे तुहाडे। डी ऑप्शन। NCI इज द अंब्रेला ऑर्गेनाइजेशन। हूँ NCI की फुल फॉर्म पता ना तुहानूं, इज द अंब्रेला ऑर्गेनाइजेशन फॉर ऑल रिटेल पेमेंट सिस्टम इन इंडिया। इट वॉज सैटअप विद द गाइडेंस एंड सपोर्ट ऑफ द रिजर्व बैंक ऑफ इंडिया एंड इंडियन बैंक एसोसिएशन। तो NPCI स्टैंड्स फॉर, क्या फुल फॉर्म है NPCI की? इसका आंसर क्या रहेगा अपना? नेशनल पेमेंट कॉरपोरेशन ऑफ इंडिया। अगला क्वेश्चन, इन विच अमंग द फॉलोइंग ईयर्स NPCI इनकॉर्पोरेटेड। NPCI ਨੂੰ ਕਦੋਂ ਸਟੈਬਲਿਸ਼ ਕੀਤਾ ਗਿਆ, यानी इनकॉर्पोरेटेड ਕੀਤਾ ਗਿਆ? ਇਹ ਕੀਤਾ ਗਿਆ ਆਪਾਂ ਨੂੰ ਦਸੰਬਰ 2008 ਵਿੱਚ ਕੀਤਾ ਗਿਆ। ਓਕੇ, ਕਦੋਂ ਕੀਤਾ ਗਿਆ? ਦਸੰਬਰ 2008 ਵਿੱਚ ਕੀਤਾ ਗਿਆ। ਤਾਂ ਯਾਦ ਰੱਖਣਾ। ਤੇ ਕਿਸ ਸੈਕਟਰ ਦੇ ਅੰਡਰ? ਕੰਪਨੀ ਸੈਕਟਰ 1956 ਦੇ ਅੰਡਰ, ਇਹ ਵੀ ਯਾਦ ਰੱਖਣਾ। ਡਨ। ਅਗਲਾ क्वेश्चन, द बैंक फॉर इंटरनेशनल सेटलमेंट्स इज द वर्ल्ड ओल्डेस्ट इंटरनेशनल फाइनेंशियल ऑर्गेनाइजेशन। द BIC स्टैंड्स फॉर, सॉरी माफ करना, वो तो मैं दस चुका। BIC स्टैबलिश कदों होया, ये पूछ रहा है। ਜਿਹੜਾ BIC है वो वर्ल्ड ओल्डेस्ट ਜਿਹੜਾ इंटरनेशनल फाइनेंशियल ऑर्गेनाइजेशन है, तो उरे वो पूछ रहा कि ये कदों स्टैबलिश होया। एस्टैबलिश कदों होया है दसो? ये 17 मई 1930 ਵਿੱਚ ਸਟੈਬਲਿਸ਼ ਹੋਇਆ। ई ऑप्शन लग जाएगा। अगला क्वेश्चन, वेयर इज द हैड ऑफिस ऑफ द बैंक फॉर इंटरनेशनल सेटलमेंट्स। दसो BIC ਦੇ ਹੈਡਕੁਆਟਰ ਕਿੱਥੇ ਨੇ? ਬੇਜ਼ਲ ਸਵਿਟਜ਼ਰਲੈਂਡ ਵਿੱਚ ਹੈ। ਅੰਡਰ ਵਿਚ ਐਕਟ NPCI ਇਨਕੋਰਪੋਰੇਟਡ ਹੈ ਸੈਕਸ਼ਨ 8। ਦੱਸੋ, ਹੁਣ ਮੈਂ ਤੁਹਾਨੂੰ ਪੁੱਛਿਆ ਸੀ ਨਾ, ਦੱਸਿਆ ਸੀ ਕਿ NPCI ਕਿਸ ਐਕਟ ਦੇ ਅਧੀਨ ਹੈ, ਤਾਂ ਉਹੀ ਪੁੱਛ ਰਿਹਾ ਉਰੇ ਕਿਸ ਐਕਟ ਦੇ ਅਧੀਨ NPCI ਇਨਕੋਰਪੋਰੇਟਡ ਹੋਇਆ। ਇਹ ਆਪਣਾ ਹੋਇਆ ਦੱਸੋ ਕੰਪਨੀ ਐਕਟ 2013 ਦਾ। ਅਗਲਾ ਕੁਐਸਚਨ, ਹੂ ਵਾਸ ਦ ਫਸਟ ਗਵਰਨਰ ਆਫ RBI। ਕੌਣ ਸੀ? ਇਹ ਆਪਣੇ ਹੈਗਾ ਸੀ ਓਸਬਨ ਸਮਿਥਸਨ। ਡਨ। ਸ਼ਡਿਊਲ ਬੈਂਕ ਆਫ ਇੰਡੀਆ ਆਰ ਦੋਸ ਬੈਂਕ ਵਿਚ ਆਰ, ਸ਼ਡਿਊਲ ਬੈਂਕ ਕਿਹੜੇ ਬੈਂਕ ਨੇ ਵਿਚ ਆਰ? ਦੱਸੋ ਕਿਹੜਾ ਆਪਸ਼ਨ ਲੱਗੇਗਾ? जो इंक्लूडिड ने सैकेंड शेड्यूल विच, समझ गए? जो इंक्लूडिड ने सैकेंड शेड्यूल विच, समझ गए? इस विच किहड़े बैंक आ जाते हैं? स्टेट बैंक आ जाते हैं, नैशनलाइज बैंक आ जाते हैं, फॉरगिंग बैंक आ जाते हैं, RRB बैंक आ जाते हैं, समझ गए? उस तो बाद अगला क्वेश्चन, विच ऑफ द फॉलोइंग बैंक इज नॉट मर्ज विद SBI इन द अप्रैल 2017। मैं तुहानूं SBI बारे दस्सिया सी ना, किन्ने बैंक उस जाके मर्ज होए सी, तो उन्होंने ये पूछ रहा है ऐसा किहड़ा बैंक है जो SBI जाके मर्ज नहीं होया। द बहुत आसान क्वेश्चन है, इसका आंसर मैंने देने की लोड़ तो नहीं, चलो ये तुहानूं पता ही होएगा। अगला क्वेश्चन, विच ऑफ द फॉलोइंग बैंक इज नॉट अ प्राइवेट सैक्टर बैंक ऑफ इंडिया। दसो, ये भी तुहाडे लई होमवर्क है, ये भी तुसीं पता करके आना। डन। जे नहीं पता तो अच्छी गल है। अगला क्वेश्चन, विच प्राइवेट सैक्टर बैंक इज रिसेंटली मर्ज विद कोटक महिंद्रा बैंक। इस ऐसा किहड़ा बैंक है जो कोटक महिंद्रा बैंक नाल मर्ज हो गया? ये अपना बैंक हैगा, ए ऑप्शन लग जाएगा ING वैश्य बैंक। ठीक है, वो कोटक महिंद्रा नाल मर्जड हो गया। उस तो बाद फॉर प्रोवाइडिंग दी पोस्टल सर्विस द होल कंट्री हैज़ बीन डिवाइडेड इनटू पोस्टल सर्कल्स। ठीक है जी, अपन पोस्टल सर्विस प्रोवाइड करनी है तो अपने पूरी कंट्री में अपने डिवाइड करता सर्कल के हिसाब से। ठीक है, तो किन्ने सर्कलों से डिवाइड किया अपने? उरे ये पूछा जा रहा है, उरे 23 सर्कलों में उन्होंने डिवाइड करता। जिमें फॉर एग्जाम्पल जे मैं गल करा, ईच सर्कल का अपना सिस्टम है, समझ गए? जिवें गुजरात सर्कल हो गया, जिस विच सानूं यूनियन टेरेटरी दमन एंड दीऊ, दादरा नगर हवेली भी देखने मिलती है। एक होंदा केरला सैक्टर, ठीक है, जिस विच सानूं लक्षद्वीप की UT भी देखने मिलती है। एक होंदा महाराष्ट्र सर्कल, ठीक है, जिस विच सानूं गोवा भी देखने मिलता है। उस बाद एक नॉर्थ ईस्ट सर्कल, ठीक है, जिस विच सानूं 6 नॉर्थ ईस्टर्न स्टेट्स देखने मिलती हैं। ये सर्कल डिवाइड करने का मतलब कि आप पोस्टल सर्विस सही तरीके प्रोवाइड कर पाइए उन्होंने, समझ गए? चलो अगला क्वेश्चन, विच 2 प्राइवेट सैक्टर बैंक आर गोट लाइसेंस फ्रॉम दी RBI in 2014। किहड़े ऐसे 2 प्राइवेट बैंक है जिन्होंने लाइसेंस मिले से 2014 में? तुसीं ये क्वेश्चन आंसर नहीं भी देना तो कोई चक्कर नहीं, बड़ा पुराना क्वेश्चन है, तो ये बारे तुसीं ना ही दो। ठीक है, हू इज़ द 25th गवर्नर ऑफ द RBI। दसो इसका आंसर क्या आएगा अपना? शक्तिकांत दास। डन। ओके, ये तुसीं याद रखना। अगला क्वेश्चन, विच बैंक फर्स्ट इंट्रोड्यूस द ऑटोमेटिड टेलर मशीन इन 1987। पहला ऐसा किहड़ा बैंक से जिन्हें ATM इंट्रोड्यूस किया 1987 में? इसका किहड़ा आ जाएगा? HSBC बैंक। तो इसकी फुल फॉर्म क्या है HSBC की? दसो मैनू, ये तुहाडे लई होमवर्क है। अगला क्वेश्चन, बैंक ऑफ राजस्थान वाज मर्ज विद किस प्राइवेट सैक्टर में मर्ज हो गया? बैंक ऑफ जो राजस्थान है किस प्राइवेट सैक्टर के बैंक नाल मर्ज हो गया?
ये हो गया ICICI बैंक नाल, ठीक है। PSLC आर ट्रेडेबल सर्टिफिकेट्स इशू अंगेज द प्रायोरिटी सेक्टर लोन्स ऑफ बैंक्स। वट डस मीनिंग सी इन द PSLC दसो मैनू। इधर आंसर आ जाएगा सर्टिफिकेट्स, की आ जाएगा सर्टिफिकेट्स। तो पूरी फुल फॉर्म क्या है, प्रायोरिटी सेक्टर लैंडिंग सर्टिफिकेट्स, समझ गए। मैं तुहानू प्रायोरिटी सेक्टर बारे में दस्या होया। द बैंकिंग ombudsman स्कीम इज इंट्रोड्यूस अंडर द सेक्शन 35A ऑफ द बैंकिंग रेगुलेशन एक्ट 1949 बाय RBI। तो किस फैक्टर मतलब किस फैक्टर स्टार्ट हो गया सी बैंकिंग ombudsman स्कीम जे अपने बैंकिंग रेगुलेशन एक्ट 1949 के हिसाब से उन्होंने अपने स्टैबलिश किया है, इंट्रोड्यूस किया है। तो ये स्कीम कदों स्टार्ट हुई, पूरे ये पूछा जा रहा है। ये स्टार्ट हुई 1985, ए ऑप्शन लग जाएगा। MTSS इज द वे ऑफ ट्रांसफरिंग द पर्सनल रेमिटेंस फ्रॉम अब्रॉड टू बेनिफिशियरी इन इंडिया। वट डज MTSS स्टैंड्स फॉर, दसो मैनू। कि ਜਿਹੜੇ ਰੈਮਿਟੈਂਸ ਆਪਣੇ ਆਉਂਦੇ ਜੋ ਕੈਨੇਡਾ 'ਚ ਲੋਕੀ ਬੈਠੇ ਆ ਉਰੇ ਇੰਡੀਆ 'ਚ ਪੈਸਾ ਭੇਜਣਾ, ਉਹਦੇ ਲਈ ਇੱਕ ਪੂਰਾ ਪੋਰਟਲ ਹੈ, ਇੱਕ ਤਰ੍ਹਾਂ ਨਾਲ ਟ੍ਰਾਂਸਫਰ ਮਤਲਬ ਇੱਕ ਤਰ੍ਹਾਂ ਨਾਲ ਪਲੇਟਫਾਰਮ ਹੈ ਜਿਸ ਦੇ ਦੁਆਰਾ ਤੁਸੀਂ ਮਤਲਬ ਟ੍ਰਾਂਸਫਰ ਕਰ ਸਕਦੇ ਹੋ। ਤਾਂ ਉਹ MTSS ਦੁਆਰਾ, ਤਾਂ ਉਰੇ ਫੁੱਲ ਫॉर्म ਪੁੱਛ ਰਿਹਾ MTSS ਦੀ ਫੁੱਲ फॉर्म क्या है। उरे आ जाएगा MTSS की फुल फॉर्म क्या है, मनी ट्रांसफर सर्विस स्कीम, ठीक है। केड़ा ऑप्शन लगेगा दसो, मनी ट्रांसफर सर्विस स्कीम, डी ऑप्शन लग जाएगा, नहीं ई ऑप्शन लगेगा, ठीक है। अगला क्वेश्चन, IFS इज अ सॉफ्टवेयर डेवलप्ड बाय UPU टू कोऑर्डिनेट द इंटरनेशनल रेमिटेंस सर्विसेज अमंग द पार्टनर कंट्रीज। एट प्रेजेंट द सर्विस ऑपरेशन विद द ला पोस्ट ग्रुप फाइनेंस एंड UAE। द IF स्टैंड्स फॉर, IF स्टैंड्स क्या है दसो, फुल फॉर्म क्या है, इंटरनेशनल फाइनेंशियल सिस्टम। उस तो बाद अगे देखो, RDA इज अ चैनल टू रिसीव द क्रॉस बॉर्डर रेमिटेंस फ्रॉम द ओवरसीज एजुकेशन। वट डस मीन द RDA ए दी क्या मतलब मीनिंग है दसो। ए किनू कहते हैं आप, अरेंजमेंट। तो फुल फॉर्म क्या है पूरी, रुपए ड्रॉइंग अरेंजमेंट। अगला क्वेश्चन, द इंटरनेशनल बैंक फॉर रिकंस्ट्रक्शन एंड डेवलपमेंट इज एन इंटरनेशनल फाइनेंशियल इंस्टीट्यूशन द डेट ऑफर्स द लोन्स टू, किन्होंने लोन प्रोवाइड करता है, जो IBRD है वो किन्होंने लोन प्रोवाइड करता है दसो, ऑप्शन पढ़ो। जो मिडिल इनकम डेवलपिंग कंट्रीज होंगी हैं, सी ऑप्शन। नेम द फर्स्ट फॉरेन बैंक इन इंडिया, केड़ा ऐसा पहला फॉरेन बैंक से इंडिया विच दसो, ये ऑप्शन अगे देख सकते हो। ये अपना हैगा सी फैडरल बैंक, केड़ा बैंक, फैडरल बैंक। अगला क्वेश्चन, द प्रमोटर्स ऑफ स्मॉल फाइनेंस बैंक शुड एक्सपीरियंस इंग एंड फाइनेंस। जो प्रमोटर्स हैं स्मॉल फाइनेंस बैंक के, उन्होंने को बैंकिंग तो फाइनेंस में कितना एक्सपीरियंस होना चाहिए, घट्टो घट्ट 10 साल का एक्सपीरियंस होना चाहिए। RBI इज ऑल सेट टू मेक द LEI कंपल्सरी फॉर कंपनीज हैविंग एग्रीगेट फंड बेस्ड एंड नॉन फंड बेस्ड एक्सपोजर ऑफ ₹5 करोड़। वट डस LEI स्टैंड फॉर, इसका मतलब क्या हो जाएगा, लीगल एंटिटी आइडेंटिफायर। उस तो बाद अगला क्वेश्चन, वट इज द फॉलोइंग इज द कंट्रीज लार्जेस्ट कस्टडियन एंड डिपोजिटरी पार्टिसिपेंट, दसो मैनू। लार्जेस्ट कस्टडियन एंड डिपोजिटरी पार्टिसिपेंट कौन होएगा, इसका आंसर आ जाएगा अपना दसो CHCIL, ठीक है। एक तरह लार्जेस्ट कस्टडियन भी है, डिपोजिट पार्टिसिपेंट भी है, समझ गए। तो यदि फुल फॉर्म क्या है, स्टॉक होल्डिंग कॉर्पोरेशन ऑफ इंडिया लिमिटेड, डन। उसके बाद CAR इज द मेजरमेंट ऑफ बैंक्स अवेलेबल कैपिटल एक्सप्रेस एज द परसेंटेज ऑफ बैंक रिस्क वेटेज क्रेडिट एक्सपोजर। वट डस मीन द CAR, ये तुहानू कराया होया क्या है। CAR दी फुल फॉर्म कैपिटल एडिक्वेसी रेशो, समझ, जो थोड़े रिस्क नू मतलब मेजर करता है, समझ गए। विच बैंक इज हैज लॉन्च द 10 सेकंड पेपरलैस इंस्टेंट लोन स्कीम, किहड़े बैंक ने इस तरह की स्कीम लॉन्च की, इसका आंसर आ जाएगा HDFC बैंक। केड़ा बैंक, HDFC बैंक, समझ गए। उसके बाद अगला क्वेश्चन, वट इज द प्रेजेंट MSF रेट, ये तो तुम रहने ही दो, ठीक है, इग्नोर करो। इस करंट ते करंट फेस पढ़ के जाऊँगा ना, फिर तुम्हें पता लगेगा। डिपोजिटर्स विच कैन विड्रॉन बाय द कस्टमर विदाउट नोटिस कार्ड, डिपोजिटर्स विच कैन बी विड्रॉन बाय द कस्टमर, जो डिपोजिट्स हैं कस्टमर विड्रॉ कर लेंदा है विदाउट नोटिस, उसनूं आपां की कहने आपां। जिवें तुसीं सेविंग जाके पैसा कढा लिया, तो ऐसे डिपोजिट में आप की कहांगे दसो, इनू कहांगे आप डिमांड डिपोजिट्स, ठीक है। जो भी मर्जी दिल किया पैसे कढा ले।
ਲੋਨ ਐਂਡ ਐਡਵਾਂਸਿਸ ਆਫ ਅ ਬੈਂਕ ਕਮ ਅੰਡਰ ਵਿਚ ਆਫ ਦਾ ਫੋਲੋਇੰਗ ਕੈਟਾਗਰੀ। ਜਿਹੜੇ ਲੋਨ ਤੇ ਐਡਵਾਂਸਿਸ ਹੈ ਕਿਸ ਕੈਟਾਗਰੀ ਦੇ ਅੰਡਰ ਆਉਂਦੇ ਨੇ ਮੈਨੂੰ ਦੱਸੋ। ਇਹ ਆਉਂਦੇ ਨੇ ਐਸੈਟਸ ਦੇ ਅੰਦਰ। ਠੀਕ ਹੈ। ਅਗਲਾ ਕੁਐਸਚਨ, ਵਿਚ ਬੈਂਕ ਹੈਜ਼ ਲਾਂਚਡ ਇਟਸ ਮੋਬਾਈਲ ਬੈਂਕਿੰਗ ਐਪ ਕਾਲਡ ਬੀਪੇ। ਦੱਸੋ ਇਹ ਐਪ ਕਿਸ ਨੇ ਲਾਂਚ ਕੀਤੀ। ਇਹ ਫਿਨੋ ਪੇਮੈਂਟ ਬੈਂਕਸ ਨੇ ਕੀਤੀ। ਵੇਅਰ ਇਜ਼ ਦ ਹੈਡ ਆਫਿਸ ਆਫ ਯੂਰੋਪੀਅਨ ਬੈਂਕ ਫॉर ਰਿਕਨਸਟਰਕਸ਼ਨ ਡਿਵੈਲਪਮੈਂਟ। EBRD ਦੇ ਹੈਡਕੁਆਟਰ ਕਿੱਥੇ ਨੇ। ਇਹ ਹੈਗੇ ਆਪਣੇ ਹੈਡਕੁਆਟਰ ਲੰਡਨ ਵਿੱਚ ਨੇ। ਦ ਮਿਨਿਸਟਰੀ ਆਫ ਫਾਈਨੈਂਸ ਇਨਕਰੀਜ਼ ਦੀ ਮੈਕਸਿਮਮ ਏਜ ਆਫ ਦੀ ਜੁਆਇਨਿੰਗ ਆਫ ਦੀ ਨੈਸ਼ਨਲ ਪੇਮੈਂਟ ਸਕੀਮ ਫਰੋਮ ਦੀ ਐਗਜ਼ਿਸਟਿੰਗ 60 ਈਅਰਸ ਟੂ ਦੱਸੋ ਟੂ ਅੰਡਰ NPS ਪ੍ਰਾਈਵੇਟ ਸੈਕਟਰ। ਕਿੰਨੀ ਵਧਾਤੀ ਏਜ ਦੱਸੋ। ਇਹ ਹੋ ਜਾਏਗੀ ਆਪਣੀ 65 ਈਅਰਸ। ਅਗਲਾ ਕੁਐਸਚਨ, ਇੰਡੀਅਨ ਇਨਫਰਾਸਟਰਕਚਰ ਫਾਈਨੈਂਸ਼ੀਅਲ ਕੰਪਨੀ ਲਿਮਟਿਡ ਇਜ਼ ਅ ਹੋਲੀ ਓਨਡ ਕੰਪਨੀ ਸੈਟਅਪ ਇਨ ਦ 2006। ਦੱਸੋ ਮੈਨੂੰ ਇਹ ਕਿਸ ਦੀ ਕੰਪਨੀ ਹੈ। ਇੰਡੀਅਨ ਇਨਫਰਾਸਟਰਕਚਰ ਫਾਈਨੈਂਸ਼ੀਅਲ ਕੰਪਨੀ ਕਿਸ ਨੇ ਖਰੀਦੀ ਹੋਈ ਹੈ ਕੰਪਨੀ। ਇਹ ਗੌਰਮੈਂਟ ਆਫ ਇੰਡੀਆ ਕੋਲ ਹੈ ਕੰਪਨੀ। ਸਮਝ ਗਏ। ਕਦੋਂ ਸੈਟਅਪ ਕੀਤੀ ਗਈ ਸੀ 2006 'ਚ ਸੈਟਅਪ ਕੀਤੀ ਗਈ ਸੀ। ਇਹ ਤੁਹਾਨੂੰ ਯਾਦ ਰੱਖਣਾ। ਕਰਦੇ ਹੀ ਕੀ ਇਹ ਕੰਪਨੀ, ਇਹ ਲੌਂਗ ਟਰਮ ਜਿਹੜਾ ਫਾਈਨੈਂਸ ਪ੍ਰੋਵਾਈਡ ਕਰਦੀ ਹੈ ਕਾਹਦੇ ਲਈ, ਇਨਫਰਾਸਟਰਕਚਰ ਪ੍ਰੋਜੈਕਟਸ ਲਈ। ਸਮਝ ਗਏ, ਸਮਝ ਗਏ ਨਾ। ਚਲੋ, ਹਾਊ ਮਚ ਕੈਸ਼ ਕੈਨ ਪੇਮੈਂਟ ਬੀ ਮੇਡ ਟੂ ਦਾ ਬੈਨੀਫਿਸ਼ਰੀ ਇਨ ਇੰਡੀਆ ਅੰਡਰ MTSS। ਦੱਸੋ ਮੈਨੂੰ ਕਿੰਨੀ ਪੇਮੈਂਟ ਹੋ ਸਕਦੀ ਹੈ MTSS ਦੇ ਸਕੀਮ ਦੁਆਰਾ। 2 ਲੱਖ, 50,000, 1 ਲੱਖ, 10,000, ਨਨ ਆਫ ਦੀ ਅਬਵ। ਆਪਾਂ 185ਵਾਂ ਕੁਐਸਚਨ ਕਰ ਰਹੇ ਹਾਂ। ਇਹਦਾ ਆਂਸਰ ਕੀ ਆ ਜਾਏਗਾ ਆਪਣਾ ਦੱਸੋ 50,000। ਅਗਲਾ ਕੁਐਸਚਨ, ਇਫ ਅ ਚੈੱਕ ਇਜ਼ ਇਸ਼ੂਡ ਬਾਈ ਅ ਬੈਂਕ ਇਨ ਦ ਸੇਮ ਸਿਟੀ ਹੈਜ਼ ਦਾ ਪੇਈ ਦ ਚੈੱਕ ਵਿਲ ਬੀ ਕਾਲਡ। ਕੀ ਕਵਾਂਗੇ ਉਸ ਚੈੱਕ ਨੂੰ ਆਪਾਂ, ਕੀ ਕਵਾਂਗੇ ਆਪਾਂ, ਲੋਕਲ ਚੈੱਕ ਕਵਾਂਗੇ ਹੈ ਨਾ। B ਆਪਸ਼ਨ। ਵਟ ਇਜ਼ ਦ ਮੈਕਸਿਮਮ ਪੀਰੀਅਡ ਆਫ ਮੈਚੋਰਿਟੀ ਪ੍ਰਸਕ੍ਰਾਈਬਡ ਫॉर ਕਮਰਸ਼ੀਅਲ ਪੇਪਰ। ਮੈਕਸਿਮਮ ਪੀਰੀਅਡ ਕਿੰਨਾ ਹੈ ਕਮਰਸ਼ੀਅਲ ਪੇਪਰ ਲਈ ਮੈਚੋਰਿਟੀ ਦਾ। ਇਹਦਾ ਆਂਸਰ ਕੀ ਆ ਜਾਏਗਾ ਆਪਣਾ ਦੱਸੋ 1 ਈਅਰ। ਦ PCA ਫਰੇਮਵਰਕ ਇਜ਼ ਐਪਲੀਕੇਬਲ ਓਨਲੀ ਟੂ। ਜਿਹੜਾ PCA ਫਰੇਮਵਰਕ ਹੈ ਪ੍ਰਮੋਟ ਕਰੈਕਟਿਵ ਐਕਸ਼ਨ, ਆਈ ਥਿੰਕ ਇਹਦਾ ਮਤਲਬ ਇਹੀ ਹੋਇਆ। ਇਹ ਕਿਹਨਾਂ ਲਈ ਐਪਲੀਕੇਬਲ ਹੈ ਦੱਸੋ। ਇਹ ਐਪਲੀਕੇਬਲ ਹੈਗਾ ਕਮਰਸ਼ੀਅਲ ਬੈਂਕਸ ਲਈ। ਡਨ। ਤਾਂ ਕਿ ਉਹ ਆਪਣੇ NPA ਨੂੰ ਕੰਟਰੋਲ ਕਰਨ ਇਹਨਾਂ ਦੇ ਕੁਝ ਐਕਸ਼ਨਸ ਲਿੱਤੇ ਜਾਂਦੇ ਨੇ ਇਹਨਾਂ ਦੇ ਕਮਰਸ਼ੀਅਲ ਬੈਂਕਸ ਦੇ ਖਿਲਾਫ। ਵਟ ਇਜ਼ ਦ ਹੈਡ ਆਫਿਸ ਆਫ ਇੰਡਸ ਬੈਂਕ। ਇੰਡਸ ਬੈਂਕ ਦੇ ਹੈਡਕੁਆਟਰ ਕਿੱਥੇ ਨੇ ਦੱਸੋ। ਮੁੰਬਈ ਵਿੱਚ ਨੇ। ਓਕੇ। ਅਗਲਾ ਕੁਐਸਚਨ, ਦ ਡੈਸ਼ ਅਕਾਊਂਟ ਇਜ਼ ਓਪਨ ਬਾਈ ਦ ਇਨਵੈਸਟਰ ਵਾਈਲ ਰਜਿਸਟਰਿੰਗ ਵਿਦ ਦ ਇਨਵੈਸਟਮੈਂਟ ਬ੍ਰੋਕਰ। ਕਿਹੜਾ ਅਕਾਊਂਟ ਓਪਨ ਕਰੇਗਾ ਜਦੋਂ ਉਹ ਰਜਿਸਟਰ ਕਰੇਗਾ ਵਿਦ ਦ ਇਨਵੈਸਟਮੈਂਟ ਬ੍ਰੋਕਰ। ਕਿਹੜਾ ਅਕਾਊਂਟ ਓਪਨ ਕਰੇਗਾ। ਸ਼ੇਅਰ ਬਾਜ਼ਾਰ ਦੀ ਗੱਲਾਂ ਹੋ ਰਹੀਆਂ ਨੇ। ਡੀਮੈਟ ਅਕਾਊਂਟ ਯਾਦ ਰੱਖਣਾ, ਡੀਮੈਟ ਅਕਾਊਂਟ। ਮੈਕਸਿਮਮ ਲਿਮਿਟ ਅਮਾਊਂਟ ਡੈਟ ਕੈਨ ਬੀ ਇਨਵੈਸਟਡ ਇਨ ਕਿਸਾਨ ਵਿਕਾਸ ਪਾਤਰਾ ਸਰਟੀਫਿਕੇਟ। ਕਿੰਨੀ ਮਤਲਬ ਤੁਸੀਂ ਇਨਵੈਸਟਮੈਂਟ ਕਰ ਸਕਦੇ ਹੋ ਕਿਸਾਨ ਵਿਕਾਸ ਪਾਤਰਾ ਸਰਟੀਫਿਕੇਟ ਵਿੱਚ। ਠੀਕ ਹੈ, ਕਿੰਨੀ ਕਰ ਸਕਦੇ ਹੋ ਇਹ ਆਪਾਂ ਕਰ ਸਕਦੇ ਹਾਂ, ਕੋਈ ਲਿਮਿਟ ਨਹੀਂ ਹੈ। ਠੀਕ ਹੈ, ਜਿੰਨੀ ਮਰਜ਼ੀ ਕਰ ਸਕਦੇ ਹੋ। UIDAI ਔਰ ਯੂਨੀਕ ਆਇਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਹੈਜ਼ ਲਾਂਚ ਦੀ ਨਿਊ ਮੋਬਾਈਲ ਐਪ। ਉਹ ਕਰੇਗੀ ਕੀ, ਨਿਗੇਟ ਦੀ ਨੀਡ ਟੂ ਕੈਰੀ ਦੀ ਆਧਾਰ ਕਾਰਡ ਇਨ ਵਾਲਟਸ। ਠੀਕ ਹੈ, ਯਾਨੀ ਕਿ ਤੁਹਾਨੂੰ ਆਧਾਰ ਕਾਰਡ ਨੂੰ ਹੁਣ ਚੱਕਣ ਦੀ ਲੋੜ ਨਹੀਂ ਹੈ। ਤਾਂ ਐਸਾ ਕਿਹੜੀ ਐਪ ਵਿੱਚ ਇਸ ਤਰ੍ਹਾਂ ਦੀ ਫੈਸਿਲਿਟੀ ਪ੍ਰੋਵਾਈਡ ਕੀਤੀ ਹੈ ਮੈਨੂੰ ਦੱਸੋ। ਇਹ ਆਪਣੀ ਹੈਗੀ M-ਆਧਾਰ। ਠੀਕ ਹੈ, ਜਿੱਥੇ ਤੁਹਾਨੂੰ ਮਤਲਬ ਡਿਜੀਟਲ ਤੁਹਾਡੇ ਕੋਲ ਆਧਾਰ ਹੋਏਗਾ, ਤੁਹਾਨੂੰ ਆਧਾਰ ਕੈਰੀ ਕਰਨ ਦੀ ਵੀ ਲੋੜ ਨਹੀਂ। ਦ ਇੰਡੈਕਸ ਆਫ ਇੰਡਸਟਰੀਅਲ, ਅੱਗੇ ਦੇਖੋ, ਇੰਡੈਕਸਿਸ ਆਫ ਇੰਡਸਟਰੀਅਲ ਪ੍ਰੋਡਕਸ਼ਨ ਇਜ਼ ਕੰਪਾਈਲਡ ਐਂਡ ਰਿਲੀਜ਼ਡ ਬਾਏ। ਕੌਣ ਰਿਲੀਜ਼ ਕਰਦਾ ਹੈ ਇੰਡਸਟਰੀਅਲ ਜਿਹੜੇ ਇੰਡੈਕਸਿਸ ਆਪਣੇ ਇੰਡਸਟਰੀਅਲ ਪ੍ਰੋਡਕਸ਼ਨ ਦੇ, ਉਹ ਰਿਲੀਜ਼ ਕਰਦੀ ਹੈ CSO। ਅਗਲਾ ਕੁਐਸਚਨ, ਦ ਫੈਸਿਲਿਟੀ ਅੰਡਰ ਵਿਚ ਸ਼ਡਿਊਲ ਕਮਰਸ਼ੀਅਲ ਬੈਂਕ ਕੈਨ ਬੋਰੋ ਦੀ ਐਡੀਸ਼ਨਲ ਅਮਾਊਂਟ ਆਫ ਓਵਰਨਾਈਟ ਮਨੀ ਫਰੋਮ ਦੀ ਰਿਜ਼ਰਵ ਬੈਂਕ ਬਾਈ ਡਿਪਿੰਗ ਇਨਟੂ ਦ ਸਟੈਚੂਟਰੀ ਲਿਕੁਇਡਿਟੀ ਰੇਸ਼ੋ ਇਸ ਕਾਲਡ। ਕੀ ਕਹਿੰਦੇ ਉਸ ਨੂੰ ਆਪਾਂ, ਇਹ ਮੈਂ ਤੁਹਾਨੂੰ ਕਰਾਇਆ ਹੋਇਆ। ਇਹਦਾ ਆਂਸਰ ਕੀ ਆ ਜਾਏਗਾ, ਮਾਰਜਨਲ ਸਟੈਂਡਿੰਗ ਫੈਸਿਲਿਟੀ। ਠੀਕ ਹੈ, ਕੀ ਆ ਜਾਏਗਾ, ਮਾਰਜਨਲ ਸਟੈਂਡਿੰਗ ਫੈਸਿਲਿਟੀ। ਦ ਸਟੇਟ ਬੈਂਕ ਆਫ ਇੰਡੀਆ has introduced the loyalty program for its valued customer। ਉਸ ਪ੍ਰੋਗਰਾਮ ਦਾ ਨਾਮ ਕਿਆ ਹੈ, ਲੋਇਲਟੀ ਪ੍ਰੋਗਰਾਮ। ਜਿਹੜੀ ਨਾਮ ਰੱਖਿਆ ਗਿਆ ਹੋਣਾ ਨਾ ਉਸ ਵੈਲਿਊਡ ਕਸਟਮਰਸ ਲਈ, ਤਾਂ ਐਸਾ ਕਿਹੜਾ ਕੀ ਨਾਮ ਹੈ ਉਸ ਪ੍ਰੋਗਰਾਮ ਦਾ। ਇਹਦਾ ਆਂਸਰ ਆ ਜਾਏਗਾ ਸਟੇਟ ਬੈਂਕ ਰਿਵਾਰਡਸ। ਦ ਪੋਸਟਲ ਸਰਵਿਸ ਬੋਰਡ ਇਜ਼ ਦ ਡਿਪਾਰਟਮੈਂਟ ਆਫ ਪੋਸਟ। ਦੱਸੋ ਮੈਨੂੰ, ਸੌਰੀ ਮਾਫ ਕਰਨਾ, ਦ ਪੋਸਟਲ ਸਰਵਿਸ ਬੋਰਡ ਇਜ਼ ਦ ਡਿਪਾਰਟਮੈਂਟ ਆਫ ਪੋਸਟ। ਕੀ ਇੱਕ ਤਰ੍ਹਾਂ ਦੀ ਪੋਸਟਲ ਸਰਵਿਸ ਬੋਰਡ, ਇਹ ਇੱਕ ਤਰ੍ਹਾਂ ਦੀ ਐਪੈਕਸ ਮੈਨੇਜਮੈਂਟ ਬੋਡੀ ਹੈ। ਠੀਕ ਹੈ, ਕਿਸ ਦੇ ਅੰਡਰ ਆਉਂਦੀ ਹੈ, ਡਿਪਾਰਟਮੈਂਟ ਆਫ ਪੋਸਟ ਦੇ ਅੰਡਰ ਆਉਂਦੀ ਹੈ। ਵਟ ਇਜ਼ ਦ ਕਰੰਟ ਪੋਲਿਸੀ ਰਿਵਰਸ ਰੈਪੋ ਰੇਟ। ਇਹ ਤੁਸੀਂ ਕਰੰਟ ਅਫੇਅਰਸ 'ਚ ਦੇਖਣਾ, ਇਹਨੂੰ ਇਗਨੋਰ ਕਰ ਦਿਓ। ਵੈਨ ਦ ਗਰੋਥ ਆਫ GDP ਇਨ ਦ ਕੰਟਰੀ ਸਲੋ ਡਾਊਨ ਸਡਨਲੀ ਪੀਪਲ ਸਟਾਰਟ ਲੂਜ਼ਿੰਗ ਦੇਅਰ ਜੋਬਸ ਐਂਡ ਸਿਚੁਏਸ਼ਨ ਕੰਟੀਨਿਊ ਫॉर ਸੈਵਰਲ ਵੀਕਸ। ਵਟ ਇਜ਼ ਦ ਨੇਮ ਇਜ਼ ਗਿਵਨ ਟੂ ਦ ਸਟੇਟ ਆਫ ਦ ਇਕੋਨਮੀ। ਜੇ ਇਸ ਤਰ੍ਹਾਂ ਦੀ ਸਿਚੁਏਸ਼ਨ ਹੋ ਜਾਵੇ ਜਿੱਥੇ GDP ਵੀ ਲਗਾਤਾਰ ਘਟਦੀ ਜਾ ਰਹੀ ਹੈ, ਲੋਕੀ ਨੌਕਰੀ ਵੀ ਖੋਈ ਜਾ ਰਹੇ ਨੇ, ਤਾਂ ਇਹ ਲਗਾਤਾਰ ਕਾਫੀ ਹਫ਼ਤੇ ਤੱਕ ਚੱਲ ਰਿਹਾ ਹੈ। ਤਾਂ ਇਸ ਤਰ੍ਹਾਂ ਦੀ ਸਿਚੁਏਸ਼ਨ ਨੂੰ ਆਪਾਂ ਇੱਕ ਨਾਮ ਨਾਲ ਜਾਣਦੇ ਹਾਂ। ਕਿਸ ਨਾਮ ਨਾਲ ਜਾਣਦੇ ਦੱਸੋ।
ਕੋਵਿਡ ਦੇ ਸਮੇਂ ਇਹ ਹਾਲਾਤ ਹੋ ਚੁੱਕੇ ਸੀ। ਇਸ ਨੂੰ ਕਹਿੰਦੇ ਆਪਾਂ ਰਿਸੈਸ਼ਨ। ਕੀ ਕਹਿੰਦੇ ਆਪਾਂ? ਰਿਸੈਸ਼ਨ। ਠੀਕ ਹੈ। ਜੇ ਲਗਾਤਾਰ 6 ਮਹੀਨੇ ਤੱਕ ਇਕਨੋਮੀ ਡਿਕਲਾਈਨ ਕਰਦੀ ਰਹੇ ਤਾਂ ਉਸ ਵਕਤ ਇਸ ਨੂੰ ਇੱਕ ਨਾਮ ਨਾਲ ਜਾਣਿਆ ਜਾਂਦਾ ਹੈ। ਕਿਸ ਨਾਮ ਨਾਲ? ਦੱਸੋ ਮੈਨੂੰ। ਰਿਸੈਸ਼ਨ। ਤੇ ਇੱਕ ਹੋਰ ਗੱਲ, ਜਦੋਂ GDP ਹੈ ਲਗਾਤਾਰ 2 ਕੁਆਰਟਰ ਵਿੱਚ ਨੈਗੇਟਿਵ ਰਹੇ, ਨੈਗੇਟਿਵ ਸਮਝੋ ਨਾ, ਪਹਿਲੇ ਆਪਾਂ ਜਿਹੜੇ ਕੋਵਿਡ ਦੇ ਸਮੇਂ 23.9 ਸੀ, ਫਿਰ ਇਵੇਂ ਘਟਦੀ ਗਈ 10.9 ਇਵੇਂ ਕੁਝ ਪਹੁੰਚੀ, ਅਤੇ ਜਦੋਂ ਮਾਈਨਸ ਵਿੱਚ ਚਲੀ ਜਾਵੇ ਤਾਂ ਉਦੋਂ ਵੀ ਆਪਾਂ ਲਗਾਤਾਰ 2 ਕੁਆਰਟਰ ਵਿੱਚ, ਤਾਂ ਉਸ ਨੂੰ ਵੀ ਆਪਾਂ ਰਿਸੈਸ਼ਨ ਦੇ ਨਾਮ ਨਾਲ ਹੀ ਜਾਣਦੇ ਹਾਂ। ਅਗਲਾ ਕੁਐਸਚਨ, ਜਿਹੜੇ ਬੈਂਕਸ ਇਨ ਇੰਡੀਆ ਨੋਰਮਲੀ ਡੂ ਨਾਟ ਹੈਵ ਟੂ ਡੀਲ ਵਿਦ ਦੀ ਇਸ਼ੂਜ਼ ਰਿਲੇਟਿਡ ਟੂ, ਕਿੰਨਾ ਇਸ਼ੂਜ਼ ਨਾਲ ਰਿਲੇਟ ਨਹੀਂ ਕਰਦੇ? ਉਹ ਨਹੀਂ ਕਰਦੇ ਇੰਟੈਲੈਕਚੁਅਲ ਪ੍ਰੋਪਰਟੀ ਸਿਸਟਮ ਵਾਲੇ ਇਸ਼ੂਜ਼ ਨਾਲ ਰਿਲੇਟ ਨਹੀਂ ਕਰਦੇ, ਇਨਸੋਲਵੈਂਸੀ ਨਾਲ ਕੇਸਿਸ ਨਾਲ ਉਹ ਡੀਲ ਕਰਦੇ ਨੇ, ਪੇਮੈਂਟ ਐਂਡ ਸੈਟਲਮੈਂਟ ਸਿਸਟਮ ਨਾਲ ਡੀਲ ਕਰਦੇ ਨੇ, ਕ੍ਰੋਸ ਕੰਪਲੇਂਟਸ ਨਾਲ ਡੀਲ ਕਰਦੇ ਨੇ, ਕਸਟਮਰ ਦੀ ਕੰਪਲੇਂਟਸ ਨਾਲ ਡੀਲ ਕਰਦੇ ਨੇ, ਬਟ ਇੰਟੈਲੈਕਚੁਅਲ ਪ੍ਰੋਪਰਟੀ ਜਿਹੜੇ ਸਿਸਟਮਸ ਦੇ ਨਾਲ ਡੀਲ ਨਹੀਂ ਕਰਦੇ। ਅਗਲਾ ਕੁਐਸਚਨ, ਟੈਕਸ ਪੇਅਰਸ ਹੂ ਆਰ ਅਰਨਿੰਗ ਬਿਟਵੀਨ ਹੈਵ ਟੂ ਪੇ ਅ ਐਡੀਸ਼ਨਲ ਸਰਚਾਰਜ ਆਫ 10% ਔਨ ਦਾ ਟੋਟਲ ਇਨਕਮ ਇਜ਼ ਨੋਟ ਅਰਲੀਅਰ। ਦੱਸੋ, ਸਰਚਾਰਜ ਜਿਹੜੀ ਲੱਗਦੀ ਹੈ ਐਡੀਸ਼ਨਲ ਅਮਾਊਂਟ 'ਤੇ, ਠੀਕ ਹੈ, ਤਾਂ ਉਹ ਕਿੰਨੀ ਲਿਮਿਟ ਦੇ ਹੁੰਦੇ ਨੇ? ਉਹ ਟੈਕਸ ਮਤਲਬ ਉਹ ਕਿੰਨਾ ਲੋਕਾਂ ਦੀ ਇਨਕਮ ਹੋਏਗੀ ਜਿਨ੍ਹਾਂ ਦੇ ਉੱਪਰ ਸਰਚਾਰਜ ਲੱਗੇਗਾ 10%? ਦੱਸੋ। ਇਹ ਹੋਏਗੀ ਜਿਨ੍ਹਾਂ ਦੀ ਇਨਕਮ 50 ਲੱਖ ਤੋਂ 1 ਕਰੋੜ ਦੇ ਵਿੱਚ ਹੋਏਗੀ, ਉਹਨਾਂ ਨੂੰ ਐਡੀਸ਼ਨਲ 10% ਕੀ ਦੇਣਾ ਪਏਗਾ? ਸਰਚਾਰਜ ਦੇਣਾ ਪਏਗਾ। ਕਰੰਟ ਬੈਂਕਿੰਗ ਓਬਰਟਸਮੈਂਟ ਸਕੀਮ ਜਿਹੜੀ ਕਦੋਂ ਇੰਟਰੋਡਿਊਸ ਹੋਈ ਸੀ? ਦੱਸੋ ਮੈਨੂੰ। ਕਰੰਟ ਬੈਂਕਿੰਗ ਓਬਰਟਸਮੈਂਟ ਸਕੀਮ ਕਦੋਂ ਇੰਟਰੋਡਿਊਸ ਹੋਈ ਸੀ? 2003, 2006, 2010? ਦੱਸੋ। ਇਹ 2006 ਵਿੱਚ ਇੰਟਰੋਡਿਊਸ ਹੋਈ ਸੀ। ਠੀਕ ਹੈ। ਉਸ ਤੋਂ ਅਗਲਾ ਕੁਐਸਚਨ, ਅਗਲਾ ਕਿਹੜਾ ਕੁਐਸਚਨ ਆਪਣਾ? 2002 ਵਾਲਾ ਹੈ ਨਾ, ਕੁਐਸਚਨ ਨੰਬਰ 2002 ਕਹਿ ਗਿਆ, 202, ਮਾਫ ਕਰਨਾ। ਬੈਂਕਿੰਗ ਓਬਰਟਸਮੈਂਟ ਸਕੀਮ ਇਜ਼ ਇੰਟਰੋਡਿਊਸ ਅੰਡਰ ਦੀ ਬੈਂਕਿੰਗ ਰੈਗੂਲੇਸ਼ਨ ਐਕਟ 1949। ਤਾਂ ਕਿਹੜੇ ਸੈਕਸ਼ਨ ਦੇ ਅੰਡਰ ਇਹ ਮਤਲਬ ਨਿਕਲ ਕੇ ਸਾਹਮਣੇ ਆਏ ਬੈਂਕਿੰਗ ਓਬਰਟਸਮੈਂਟ ਸਕੀਮ? ਦੱਸੋ ਕਿਹੜਾ ਸੈਕਸ਼ਨ ਹੈ? ਸੈਕਸ਼ਨ 35A। Banking Ombudsman Scheme is a senior official appointed by the RBI to redress the customer complaint specified under the Banking Ombudsman Scheme। ਕਿਹੜੇ ਕਲਾਊਜ਼ ਦੇ ਅੰਡਰ ਇਹ ਗੱਲ ਕੀਤੀ ਹੋਈ ਹੈ ਕਿ ਬੈਂਕਿੰਗ ombudsman ਨੂੰ RBI ਅਪੁਆਇੰਟ ਕਰੇਗਾ ਅਤੇ ਉਹਦਾ ਕੰਮ ਹੋਏਗਾ ਕਸਟਮਰ ਦੀ ਕੰਪਲੇਂਟਸ ਨੂੰ ਸੁਣਨਾ, ਰਿਡਰੈਸ ਕਰਨਾ? ਕਿਸ ਕਲਾਊਜ਼ ਦੇ ਅੰਡਰ ਗੱਲ ਕੀਤੀ ਹੋਈ ਹੈ? ਇਹ ਆਪਣਾ ਕਲਾਊਜ਼ ਹੈਗਾ ਕਲਾਊਜ਼ 8। ਠੀਕ ਹੈ। ਬੈਂਕਿੰਗ ombudsman ਇਜ਼ ਅਪੁਆਇੰਟਡ ਬਾਏ, ਕੌਣ ਅਪੁਆਇੰਟ ਕਰਦਾ ਬੈਂਕਿੰਗ ombudsman ਨੂੰ? ਇਹ ਤੁਹਾਨੂੰ ਮੈਂ ਆਲਰੇਡੀ ਦੱਸ ਹੀ ਚੁੱਕਾ। ਦੱਸੋ ਕੌਣ ਕਰਦਾ ਅਪੁਆਇੰਟ? RBI ਅਪੁਆਇੰਟ ਕਰਦਾ। ਦ ਬੈਂਕਿੰਗ ombudsman ਮੇ ਅਵਾਰਡ ਦੀ ਕੰਪਨਸੇਸ਼ਨ ਨੋਨ ਐਕਸੀਡਿੰਗ ਟੂ ਦ ਕੰਪਲੇਂਟ ਫੋਰ ਦੀ ਮੈਂਟਲ ਐਗੋਨੀ ਐਂਡ ਹਰਾਸਮੈਂਟ। ਡਨ। ਦੱਸੋ। ਇਹਦਾ ਆਨਸਰ ਆ ਜਾਏਗਾ ਆਪਣਾ 1 ਲੱਖ। ਬੈਂਕਿੰਗ ombudsman ਇਜ਼ ਅਪੁਆਇੰਟਡ ਫੋਰ, ਬੈਂਕਿੰਗ ombudsman ਕਾਹਦੇ ਲਈ ਅਪੁਆਇੰਟ ਕੀਤਾ ਜਾਂਦਾ? ਦੱਸੋ ਮੈਨੂੰ। ਆਪਸ਼ਨਸ ਪੜ੍ਹੋ। ਫੋਰਮਿੰਗ ਆਫ RBI ਲਈ, ਫੈਮਾ ਲਈ, ਹੈਂਡਲਿੰਗ ਐਂਡ ਰਿਟਰਸ ਦੀ ਕਸਟਮਰ ਕੰਪਲੇਂਟਸ ਲਈ, ਜਾਂ ਐਨਜੀਓਜ਼ ਫੋਰਮਿੰਗ ਫੰਡਿੰਗ ਲਈ, ਰੀਅਲ ਅਸਟੇਟ ਲਈ। ਕਾਹਦੇ ਲਈ ਬੈਂਕਿੰਗ ombudsman ਅਪੁਆਇੰਟ ਕੀਤਾ ਜਾਂਦਾ? ਦੱਸੋ। ਇਹਦਾ ਬਹੁਤ ਆਸਾਨ ਹੈ, C ਆਪਸ਼ਨ ਲੱਗ ਜਾਏਗਾ। ਅਗਲਾ ਕੁਐਸਚਨ, ਦ ਬੈਂਕਿੰਗ ombudsman ਚਾਰਜ ਫੀਸ ਫॉर ਫਾਈਲਿੰਗ ਐਂਡ ਰਿਜ਼ੋਲਵਿੰਗ ਕਸਟਮਰ ਕੰਪਲੇਂਟਸ। ਕਿੰਨੀ ਫੀਸ ਚਾਰਜ ਕਰਦਾ? ਜਦੋਂ ਲੋਕਾਂ ਦੀ ਕੰਪਲੇਂਟਸ ਹੁੰਦਾ ਤਾਂ ਕੁਝ ਫਾਰਮੈਲਿਟੀਜ਼ ਪੂਰੀਆਂ ਕਰਨੀਆਂ ਪੈਂਦੀਆਂ ਨਾ, ਉਸ ਵਿੱਚ ਚਾਰਜਿਸ ਵੀ ਲੈਂਦਾ ਬੈਂਕਿੰਗ ombudsman। ਕਿੰਨੀ ਫੀਸ ਚਾਰਜ ਕਰਦਾ? ਦੱਸੋ। ਦੇਖੋ ਪੂਰੇ ਕਨਫਿਊਜ਼ ਨਹੀਂ ਹੋਣਾ, ਬੈਂਕਿੰਗ ombudsman ਕੋਈ ਵੀ ਫੀਸ ਚਾਰਜ ਨਹੀਂ ਕਰਦਾ। ਠੀਕ ਹੈ। ਅਗਲਾ ਕੁਐਸਚਨ, ਇਜ਼ ਦੇयर ਐਨੀ ਲਿਮਿਟ ਔਨ ਦ ਅਮਾਊਂਟ ਆਫ ਕੰਪਨਸੇਸ਼ਨ ਸਪੈਸੀਫਾਈਡ ਇਨ ਅਵਾਰਡ? ਦੱਸੋ। ਕੋਈ ਲਿਮਿਟ ਪ੍ਰੋਵਾਈਡ ਹੈਗੀ ਹੈ ਜਿਹੜਾ ਕੰਪਨਸੇਟ ਕੀਤਾ ਜਾਂਦਾ? ਕਿੰਨੀ ਹੈ? 20 ਲੱਖ ਦੀ ਲਿਮਿਟ। ਉਸ ਤੋਂ ਬਾਅਦ, ਵਟ ਇਜ਼ ਦ ਮੈਕਸਿਮਮ ਅਮਾਊਂਟ ਆਫ ਅਵਾਰਡ ਡੈਟ ਕੈਨ ਬੀ ਪਾਸ ਬਾਈ ombudsman ਬਿਫੋਰ NBFC। ਜੇ NBFC ਨੂੰ ombudsman ਜੇ ਕੋਈ ਮੈਕਸਿਮਮ ਅਮਾਊਂਟ ਦਾ ਅਵਾਰਡ ਪਾਸ ਕਰਦਾ ਤਾਂ ਮੈਕਸਿਮਮ ਅਮਾਊਂਟ ਕਿੰਨੀ ਹੋ ਸਕਦੀ ਹੈ? ਉਹ ਹੋਏਗੀ 10 ਲੱਖ ਦੀ। ਇਫ ਅ ਕੰਪਲੇਂਟ ਇਜ਼ ਨੋਟ ਸੈਟਲ ਬਾਈ ਦ ਐਗਰੀਮੈਂਟ ਵਿਦ ਇਨ ਦ ਪੀਰੀਅਡ ਆਫ ਮੰਥ ਦ ਬੈਂਕਿੰਗ ombudsman ਪ੍ਰੋਸੀਡ ਫਰਦਰ ਟੂ ਪਾਸ ਐਨ ਅਵਾਰਡ। ਦੱਸੋ। ਜੇ ਤੁਹਾਡਾ ਜਿਹੜਾ ਕੰਪਲੇਂਟ ਹੈ 1 ਮਹੀਨੇ 'ਚ ਨਹੀਂ ਸੁਲਝਦੀ ਤਾਂ ਤੁਹਾਡੇ ਇਸ ਮਤਲਬ ਜਿਹੜਾ ਬੈਂਕਿੰਗ ombudsman ਆ ਉਹ ਅੱਗੇ ਜਾ ਕੇ ਕਿੱਥੇ ਪਾਸ ਕਰਦਾ? ਉਹ ਇਸ ਅਵਾਰਡ ਨੂੰ ਕਿੱਥੇ ਤੱਕ ਲੈ ਜਾਂਦਾ? ਕਿੰਨੇ ਮਹੀਨੇ ਤੱਕ ਲੈ ਕੇ ਜਾ ਸਕਦਾ? ਕਿ ਤੁਹਾਡੀ ਜਿਹੜੀ ਜੱਜਮੈਂਟ ਹੈ ਉਹਨੂੰ ਹੋਰ ਟਾਈਮ ਕਿੰਨਾ ਦਿੱਤਾ ਜਾ ਸਕਦਾ? ਇਹ ਹੋ ਜਾਏਗੀ ਆਪਣੀ, ਦੱਸੋ, 1 ਮਹੀਨੇ ਤੱਕ ਹੋਰ ਵਧਾਇਆ ਜਾ ਸਕਦਾ। ਦ NBFC ombudsman ਸਕੀਮ ਇਜ਼ ਬੀਇੰਗ ਇੰਟਰੋਡਿਊਸ ਅੰਡਰ ਵਿਚ ਐਕਟ? ਜਿਹੜੀ NBFC ombudsman ਸਕੀਮ ਹੈ ਉਹ ਕਿਸ ਐਕਟ ਦੇ ਅਧੀਨ ਮਤਲਬ ਇਹਨੂੰ ਇਸਟੈਬਲਿਸ਼ ਕੀਤਾ ਗਿਆ? ਉਹ ਕੀਤਾ ਗਿਆ ਆਪਾਂ ਨੂੰ RBI ਐਕਟ 1984 ਦੇ ਆਧਾਰ 'ਤੇ। D ਆਪਸ਼ਨ ਲੱਗ ਜਾਏਗਾ। ਅਗਲਾ ਕੁਐਸਚਨ, NBFC ombudsman ਸਕੀਮ ਇਜ਼ ਬੀਇੰਗ ਇੰਟਰੋਡਿਊਸ ਅੰਡਰ ਵਿਚ ਸੈਕਸ਼ਨ ਆਫ ਦੀ RBI ਐਕਟ? ਦੱਸੋ।
ਹੁਣ ਇੰਨਾ ਤਾਂ ਪਤਾ ਲੱਗ ਗਿਆ ਆਪਾਂ ਨੂੰ NBFC ਬਟਸਮੈਨ ਸਕੀਮ RBI ਐਕਟ ਦੇ ਅੰਡਰ ਆਉਂਦਾ, ਬਟ ਕਿਹੜੇ ਸੈਕਸ਼ਨ ਦੇ ਅਧੀਨ ਆਉਂਦਾ? ਇਹਦਾ ਆਂਸਰ ਆ ਜਾਏਗਾ 45L ਸੈਕਸ਼ਨ ਆ ਜਾਏਗਾ। ਹੈਜ਼ ਔਨ ਡੇਟ ਹਾਊ ਮੈਨੀ NBFC ਬਟਸਮੈਨ ਹੈਵ ਬੀਨ ਅਪੁਆਇੰਟਡ? ਕਿੰਨੇ ਸਾਰੇ ਆਪਾਂ ਨੂੰ ਦੇਖਣ ਨੂੰ ਮਿਲਦੇ ਆ ਬਟਸਮੈਨ ਜਿਹੜੇ NBFC ਲਈ ਅਪੁਆਇੰਟ ਕੀਤੇ ਹੋਣ, ਕਿੰਨੇ ਦੇਖਣ ਨੂੰ ਮਿਲਦੇ ਆ? ਜੇ 2018 ਦੇ ਮੁਤਾਬਿਕ ਦੇਖੀਏ ਆਪਾਂ, ਕਿੰਨੇ ਦੇਖਣ ਨੂੰ ਮਿਲਦੇ ਦੱਸੋ? ਘੱਟੋ ਘੱਟ 4 ਦੇਖਣ ਨੂੰ ਮਿਲਦੇ ਆ। ਠੀਕ ਹੈ, ਠੀਕ ਹੈ। ਕਿੱਥੇ ਕਿੱਥੇ ਅਪੁਆਇੰਟ ਕੀਤੇ ਹੋਏ ਆ ਇਹ ਵੀ ਪਤਾ ਹੋਣਾ ਚਾਹੀਦਾ ਤੁਹਾਨੂੰ। ਚੇਨਈ, ਕੋਲਕਾਤਾ, ਨਿਊ ਦਿੱਲੀ, ਡਨ ਮੁੰਬਈ ਵਿੱਚ। ਅਗਲਾ ਕੁਐਸਚਨ, ਇਨ ਵਿਚ ਸਿਟੀ NBFC ਬਟਸਮੈਨਸ ਹੈਵ ਨੋਟ ਬੀਨ ਅਪੁਆਇੰਟਡ? ਕਿਹੜੀ ਸਿਟੀ ਵਿੱਚ ਬਟਸਮੈਨ ਨਹੀਂ ਅਪੁਆਇੰਟ ਕੀਤਾ ਗਿਆ? ਉਹ ਤੁਹਾਨੂੰ ਮੈਂ ਹੁਣੇ ਨਾਮ ਦੱਸੇ ਨੇ। ਪੂਨੇ ਵਿੱਚ ਅਪੁਆਇੰਟ ਨਹੀਂ ਕੀਤਾ ਗਿਆ। ਐਨ ਇਨਵੈਸਟਮੈਂਟ ਪ੍ਰੋਗਰਾਮ ਫੰਡਡ ਬਾਈ ਸ਼ੇਅਰ ਹੋਲਡਰ ਡੈਟ ਟ੍ਰੇਡਸ ਇਨ ਡਾਇਵਰਸਡ ਹੋਲਡਿੰਗ ਐਂਡ ਪ੍ਰੋਫੈਸ਼ਨਲੀ ਮੈਨੇਜਡ ਇਜ਼ ਕਾਲਡ? ਕੀ ਕਹਿੰਦੇ ਇਸ ਨੂੰ ਆਪਾਂ? ਇਹ ਕਰਾਇਆ ਹੋਇਆ ਤੁਹਾਨੂੰ। ਇਹਨੂੰ ਆਪਾਂ ਮਿਊਚੁਅਲ ਫੰਡ ਕਹਿੰਦੇ ਹਾਂ। ਠੀਕ ਹੈ, ਇੰਡੀਅਨ ਮਿਊਚੁਅਲ ਫੰਡ ਇੰਡਸਟਰੀ ਇਜ਼ ਵੈਲ ਰੈਗੂਲੇਟਡ ਬਾਈ? ਕੌਣ ਰੈਗੂਲੇਟ ਕਰਦਾ ਹੈ ਮਿਊਚੁਅਲ ਫੰਡ ਇੰਡਸਟਰੀ ਨੂੰ? ਇਹ ਵੀ ਕਰਾਇਆ ਹੋਇਆ। ਸੈਬੀ ਕਰਦੀ ਹੈ, ਸਟਾਕ ਐਕਸਚੇਂਜ ਬੋਰਡ ਆਫ ਇੰਡੀਆ। ਦ ਮਿਊਚੁਅਲ ਫੰਡ ਇੰਡਸਟਰੀ ਇਨ ਇੰਡੀਆ ਸਟਾਰਟਡ ਵਿਦ ਦੀ ਫਾਰਮੇਸ਼ਨ ਆਫ ਯੂਨੀਅਨ ਟਰਸਟ ਆਫ ਇੰਡੀਆ? ਕਦੋਂ ਸਟਾਰਟ ਕੀਤੀ ਗਈ ਸੀ? ਕਿਸ ਨਾਮ ਨਾਲ ਸਟਾਰਟ ਕੀਤੀ ਗਈ ਸੀ? ਫਾਰਮੇਸ਼ਨ ਆਫ ਯੂਨੀਅਨ ਟਰਸਟ ਦੇ ਨਾਮ ਨਾਲ ਸਟਾਰਟ ਕੀਤੀ ਗਈ ਸੀ। ਤਾਂ ਕਿਹੜੇ ਸੰਨ 'ਚ ਕੀਤੀ ਗਈ ਸੀ? ਇਹ ਕੀਤੀ ਗਈ ਸੀ ਆਪਾਂ ਨੂੰ 1963 ਵਿੱਚ। SBI ਮਿਊਚੁਅਲ ਫੰਡ ਦਾ ਫਸਟ ਨੋਨ UTI ਮਿਊਚੁਅਲ ਫੰਡ ਕਦੋਂ ਸਟੈਬਲਿਸ਼ ਕੀਤਾ ਗਿਆ? 1987 ਵਿੱਚ। ਠੀਕ ਹੈ, ਆਈ ਥਿੰਕ 1987 ਵਾਲਾ ਹੀ ਮਾਰਕ ਹੋਏਗਾ, ਜੂਨ ਹੋਏਗਾ, ਜੂਨ। ਹਾਂ, ਜੂਨ 1987। LIC established its mutual fund in? ਦੱਸੋ। ਕਦੋਂ LIC ਨੇ ਸਟੈਬਲਿਸ਼ ਕੀਤੇ ਮਿਊਚੁਅਲ ਫੰਡ? ਉਹ ਕਦੇ ਕਿਤੇ ਕਦੋਂ? ਅਪ੍ਰੈਲ 1989 ਵਿੱਚ। ਠੀਕ ਹੈ, ਅਪ੍ਰੈਲ 1989 ਵਿੱਚ। B ਆਪਸ਼ਨ ਲੱਗ ਜਾਏਗਾ। GIC ਹੈਡ ਸੈਟਅਪ ਦੀ ਮਿਊਚੁਅਲ ਫੰਡ ਇਨ? GIC ਨੇ ਕਦੋਂ ਸੈਟਅਪ ਕੀਤੇ ਮਿਊਚੁਅਲ ਫੰਡ? ਦੱਸੋ। ਹਰੇਕ ਕੰਪਨੀ ਆਪਣੀ ਮਿਊਚੁਅਲ ਫੰਡ ਲੈ ਕੇ ਆਉਂਦੀ ਨਹੀਂ ਆਉਂਦੀ, ਤਾਂ ਫਿਰ GIC ਨੇ ਕਦੋਂ ਕੀਤੇ ਦੱਸੋ ਮੈਨੂੰ? ਇਹ ਕੀਤੇ 1990 ਵਿੱਚ। ਠੀਕ ਹੈ, ਅਪ੍ਰੈਲ 1990 ਵਿੱਚ। ਇਨ ਵਿਚ ਈਅਰ ਦਾ ਫਸਟ ਮਿਊਚੁਅਲ ਫੰਡ ਰੈਗੂਲੇਸ਼ਨ ਕਮ ਅੰਡਰ ਦੀ ਐਗਜ਼ਿਸਟੈਂਸ? ਜੇ ਆਪਾਂ ਗੱਲ ਕਰੀਏ, ਸਭ ਤੋਂ ਪਹਿਲੇ ਮਿਊਚੁਅਲ ਫੰਡ ਰੈਗੂਲੇਸ਼ਨਸ ਕਦੋਂ ਆਈ ਸੀ? ਇਹ ਆਈ ਸੀ 1993 ਵਿੱਚ। ਦ ਈਸਟ ਵਾਈਲ ਕੋਠਾਰੀ ਪਾਇਨੀਅਰ ਨਾਓ ਮਰਜ ਵਿਦ ਫਰੈਂਕਲਿਨ ਟੈਂਪਲਨ ਵਾਜ ਦਾ ਫਸਟ ਪ੍ਰਾਈਵੇਟ ਸੈਕਟਰ ਮਿਊਚੁਅਲ ਫੰਡ ਰਜਿਸਟਰਡ ਇਨ ਵਿਚ ਈਅਰ? ਦੱਸੋ ਮੈਨੂੰ। ਇਹ ਆਪਣਾ ਆ ਜਾਏਗਾ ਜੁਲਾਈ 1993। ਡਨ। ਓਕੇ। ਦ ਮਿਊਚੁਅਲ ਫੰਡ ਰੈਗੂਲੇਸ਼ਨ ਫਰਮ SBI, ਸੋਰੀ ਮਾਫ ਕਰਨਾ, ਦ ਮਿਊਚੁਅਲ ਫੰਡ ਰੈਗੂਲੇਸ਼ਨ ਫਰਮ SEBI ਵਾਸ ਇੰਟਰੋਡਿਊਸਡ ਇਨ ਵਿਚ ਈਅਰ? ਦੱਸੋ ਮੈਨੂੰ। ਜਿਹੜੇ ਮਿਊਚੁਅਲ ਫੰਡ ਰੈਗੂਲੇਸ਼ਨਸ ਆਏ SEBI ਦੇ ਵੱਲੋਂ, ਉਹ ਕਿਹੜੇ ਸਨ ਵਿੱਚ ਆਏ? ਕਿ ਮਿਊਚੁਅਲ ਫੰਡ ਦੀ ਕਿਆ ਰੈਗੂਲੇਸ਼ਨਸ ਹੋਣਗੀਆਂ, ਰੂਲਸ ਐਂਡ ਰੈਗੂਲੇਸ਼ਨਸ ਕਿਆ ਹੋਣਗੀਆਂ? SEBI ਵੱਲੋਂ ਆਏ ਨਾ, ਕਿਉਂਕਿ ਉਹ ਹੀ ਕੰਟਰੋਲ ਕਰਦੀ ਹੈ। ਤਾਂ ਕਿਹੜੇ ਸਨ ਵਿੱਚ ਆਏ? ਇਹਦਾ ਆਂਸਰ ਆ ਜਾਏਗਾ ਆਪਣਾ D। ਠੀਕ ਹੈ, ਕੀ ਆ ਜਾਏਗਾ? 1996। ਅਗਲਾ ਕੁਐਸਚਨ, ਵਟ ਇਜ਼ ਦ ਫੁੱਲ ਫਾਰਮ ਆਫ ETF? ਇਹ ਤੁਹਾਨੂੰ ਮੈਂ ਦੱਸ ਚੁੱਕਾ ਹੈ, ਤੁਸੀਂ ਆਪ ਦੇਖਣਾ। UTI ਸੈਟਅਪ ਬਾय ਹੂਮ? UTI ਕਿਸ ਨੇ ਸੈਟਅਪ ਕੀਤਾ? UTI ਕੀ ਹੈ? ਯੂਨੀਅਨ ਟਰਸਟ ਆਫ ਇੰਡੀਆ। ਪਹਿਲੇ ਉਹਨੂੰ ਮਿਊਚੁਅਲ ਫੰਡ ਨੂੰ ਆਪਾਂ ਯੂਨੀਅਨ ਟਰਸਟ ਆਫ ਇੰਡੀਆ ਕਹਿੰਦੇ ਸੀ ਨਾ, ਤਾਂ 1963 ਵਿੱਚ ਸਟੈਬਲਿਸ਼ ਕੀਤਾ ਗਿਆ। ਕਿਸ ਨੇ ਕੀਤਾ? ਗਵਰਨਮੈਂਟ ਆਫ ਇੰਡੀਆ ਨੇ ਕੀਤਾ। ਸੋਰੀ ਗਵਰਨਮੈਂਟ ਆਫ ਇੰਡੀਆ ਨੇ ਨਹੀਂ ਕੀਤਾ, SEBI ਨੇ ਕੀਤਾ। ਠੀਕ ਹੈ, ਕੋਈ SEBI ਦੇ ਅੰਡਰ ਆਉਂਦੇ ਸਨ, SEBI ਨੇ ਕੀਤਾ। ਠੀਕ ਹੈ, ਕਦੋਂ ਕੀਤਾ? 1963 ਵਿੱਚ ਕੀਤਾ। ਇਹ ਧਿਆਨ 'ਚ ਰੱਖਣ ਵਾਲੀ ਗੱਲ ਹੈ। ਵਟ ਇਜ਼ ਦਾ ਫੁੱਲ ਫਾਰਮ ਆਫ NAV? ਇਹ ਵੀ ਦੱਸਿਆ ਹੋਇਆ ਤੁਹਾਨੂੰ ਮੈਂ। ਨੈਟ ਐਸਟ ਵੈਲਿਊ। A fund that is basically an index fund that trades like a closed end fund is called? ਕੀ ਕਹਿੰਦੇ ਇਸ ਨੂੰ? ਇਹਨੂੰ ਕਹਿੰਦੇ ਆ ਐਕਸਚੇਂਜ ਟ੍ਰੇਡਡ ਫੰਡ, ETF। ਇਨਵੈਸਟਮੈਂਟ ਕੰਪਨੀ that will repurchase its share at any time is called? ਕੋਈ ਵੀ ਇਨਵੈਸਟਮੈਂਟ ਕੰਪਨੀ ਆਪਣੇ ਸ਼ੇਅਰ ਨੂੰ ਰੀਪਰਚੇਸ ਕਰ ਲਵੇ, ਉਸ ਨੂੰ ਆਪਾਂ ਇੱਕ ਨਾਮ ਨਾਲ ਜਾਣਦੇ ਹਾਂ। ਕੀ ਨਾਮ ਨਾਲ ਜਾਣਦੇ ਹਾਂ? ਇਹਦਾ ਆਂਸਰ ਆ ਜਾਏਗਾ ਆਪਣਾ, ਦੱਸੋ, ਓਪਨ ਐਂਡਡ ਫੰਡਸ। ਬਟ ਹੂ ਇਜ਼ ਦ ਇਸ਼ੂਇੰਗ ਅਥਾਰਟੀ ਆਫ ਕੋਇਨਸ ਐਂਡ ਸਪਲਾਈਜ਼ ਆਫ ਕੋਇਨਸ ਟੂ RBI? ਦੱਸੋ। ਕਿਸ ਕੋਲ ਅਥਾਰਟੀ ਹੈ ਕੋਇਨਸ ਨੂੰ ਇਸ਼ੂ ਕਰਨ ਦੀ, ਸਪਲਾਈ ਕਰਨ ਦੀ RBI ਨੂੰ ਔਨ ਡਿਮਾਂਡ 'ਤੇ? ਦੱਸੋ। ਇਹ ਹੈਗੀ ਆਪਣੀ ਗਵਰਨਮੈਂਟ ਆਫ ਇੰਡੀਆ। ਸਮਝ ਗਏ? C ਆਪਸ਼ਨ। ਦ ਮੈਥਡ ਵਿਚ ਇਜ਼ ਯੂਜ਼ਲੀ ਕਰੰਟਲੀ ਇਨ ਇੰਡੀਆ ਟੂ ਇਸ਼ੂ ਦੀ ਕਰੰਸੀ ਨੋਟ? ਕਿਹੜੇ ਮੈਥਡ ਦੁਆਰਾ ਕਰੰਸੀਜ਼ ਨੂੰ ਇਸ਼ੂ ਕੀਤਾ ਜਾਂਦਾ? ਕਰੰਸੀ ਨੋਟ ਇਸ਼ੂ ਕੀਤਾ ਜਾਂਦਾ ਕਿਹੜੇ ਮੈਥਡ ਦੁਆਰਾ? ਮੀਨੀਅਰ ਰਿਜ਼ਰਵ ਸਿਸਟਮ। ਠੀਕ ਹੈ, ਮੀਨੀਅਰ ਰਿਜ਼ਰਵ ਸਿਸਟਮ ਦੁਆਰਾ ਹੀ, ਇਸ ਮੈਥਡ ਦੁਆਰਾ ਹੀ ਆਪਾਂ ਕੀ ਕਰਦੇ ਹਾਂ? ਕਰੰਸੀ ਨੋਟ ਨੂੰ ਇਸ਼ੂ ਕਰਦੇ ਹਾਂ।
RBI is required to keep a reserve of 200 crore in the form of gold and foreign exchange, ਤਾਂ ਇਹਦੇ ਵਿੱਚ ਗੋਲਡ ਸ਼ੁੱਡ ਬੀ ਐਟ ਲੀਸਟ ਦੱਸੋ। RBI ਨੂੰ ਜਿਹੜਾ ਰਿਜ਼ਰਵ ਰੱਖਦਾ ਹੈ ਉਸਨੂੰ 200 ਕਰੋੜ ਦੇ ਜਿਹੜੇ ਰਿਜ਼ਰਵਸ ਹੈ ਗੋਲਡ ਵਿੱਚ ਰੱਖਣੇ ਪੈਂਦੇ ਨੇ, ਗੋਲਡ ਤੇ ਫੋਰਨ ਐਕਸਚੇਂਜ ਰੱਖਣੇ ਪੈਂਦੇ ਨੇ। ਤਾਂ ਉਰੇ ਇਹ ਪੁੱਛ ਰਿਹਾ ਗੋਲਡ ਕਿੰਨਾ ਰੱਖਿਆ ਜਾ ਸਕਦਾ, ਕਿਉਂਕਿ 200 ਕਰੋੜ ਦੀ ਗੱਲ ਕੀਤੀ ਹੈ ਕਿ 200 ਕਰੋੜ ਦਾ ਜਿਹੜਾ ਰਿਜ਼ਰਵ ਹੋਏਗਾ ਉਹ ਕਿਸ 'ਚ ਰੱਖਣਾ ਪਏਗਾ, ਇਨ ਦਾ ਫੋਰਮ ਗੋਲਡ ਤੇ ਫੋਰਨ ਐਕਸਚੇਂਜ ਰਿਜ਼ਰਵ ਵਿੱਚ, ਠੀਕ ਹੈ। ਤੇ ਉਰੇ ਉਹਨੇ ਪੁੱਛਣਾ ਕਿ ਗੋਲਡ ਦੀ ਕਿੰਨੇ ਸਾਨੂੰ ਗੋਲਡ ਰੱਖਣਾ, ਕਿੰਨੀ ਅਮਾਊਂਟ ਦਾ ਗੋਲਡ ਸਾਨੂੰ ਰੱਖਣਾ 200 ਕਰੋੜ ਵਿੱਚੋਂ, ਉਰੇ ਇਹ ਪੁੱਛਿਆ ਜਾ ਰਿਹਾ ਕਿੰਨਾ ਰੱਖਣਾ ਹੈ 115 ਕਰੋੜ ਦਾ, ਠੀਕ ਹੈ। ਚਲੋ ਅਗਲਾ ਕੁਐਸਚਨ, ਹਾਊ ਮੈਨੀ ਨੋਟਸ ਪ੍ਰਿੰਟਿੰਗ ਪ੍ਰੈਸ ਇਨ ਇੰਡੀਆ, ਦੱਸੋ 10 ਮਿੰਟ। ਕਿੰਨੀ ਪ੍ਰਿੰਟਿੰਗ ਪ੍ਰੈਸ ਦੇਖਣ ਨੂੰ ਮਿਲਦੀ ਹੈ ਸਾਨੂੰ ਉਰੇ, ਇਹ ਵੀ ਤੁਹਾਨੂੰ ਮੈਂ ਕਰਾਇਆ ਹੋਇਆ। ਇੰਡੀਆ ਕੋਲ ਆਪਣੇ ਕੋਲ 4 ਜਿਹੜੀਆਂ 4 ਕਰੰਸਿਸ ਨੋਟਸ ਦੀਆਂ ਦੇਖਣ ਨੂੰ ਮਿਲਦੀਆਂ, ਤੁਸੀਂ ਲਿਖ ਸਕਦੇ ਹੋ। ਇੱਕ ਸਾਨੂੰ ਨਾਸਿਕ ਵਿੱਚ ਦੇਖਣ ਨੂੰ ਮਿਲਦੀ ਹੈ, ਸਮਝ ਗਏ, ਇੱਕ ਸਾਨੂੰ ਮਹਾਰਾਸ਼ਟਰ ਵਿੱਚ ਦੇਖਣ ਨੂੰ ਮਿਲਦੀ ਹੈ, ਇੱਕ ਦੇਵਾਸ ਵਿੱਚ ਦੇਖਣ ਨੂੰ ਮਿਲਦੀ ਹੈ, ਸਮਝ ਗਏ। ਤੇ ਇਹ ਸਾਰੀ RBI ਦੀ ਜਿਹੜੀ ਸਬਸਿਡਰੀ ਹੈ ਆਪਣੀ ਭਾਰਤੀ ਰਿਜ਼ਰਵ ਬੈਂਕ ਨੋਟ, ਠੀਕ ਹੈ, ਉਹਨਾਂ ਦੁਆਰਾ ਇਹ ਸਾਰੀ ਸਬਸਿਡੀਆਂ ਦੇਖਣ ਨੂੰ ਮਿਲਦੀਆਂ, ਸਮਝ ਗਏ। ਉਸ ਤੋਂ ਇਲਾਵਾ ਇੱਕ ਮੈਸੂਰ ਕਰਨਾਟਕਾ ਦੀ ਹੈ, ਉਸ ਤੋਂ ਬਾਅਦ ਸੈਲਬੋਨੀ ਵੈਸਟ ਬੰਗਾਲ ਦੀ ਹੈ, ਸਮਝ ਗਏ। ਉਸ ਤੋਂ ਬਾਅਦ ਅਗਲਾ ਕੁਐਸਚਨ, ਦ ਪ੍ਰੈਸਿਸ ਆਫ ਮੱਧ ਪ੍ਰਦੇਸ਼ ਐਂਡ ਮਹਾਰਾਸ਼ਟਰ ਓਨ ਬਾਏ, ਜਿਹੜੇ ਮੱਧ ਪ੍ਰਦੇਸ਼ ਦੇ ਪ੍ਰੈਸਿਸ ਆ ਨੋਟਸ ਦੇ ਤੇ ਮਹਾਰਾਸ਼ਟਰ ਦੇ, ਉਹਨੂੰ ਕੌਣ ਓਨ ਕੀਤਾ ਹੋਇਆ, ਕਿਸ ਨੇ ਓਨ ਕੀਤਾ ਹੋਇਆ, ਉਸਨੂੰ ਕਿੰਨੇ ਓਨ ਕੀਤਾ ਹੋਇਆ, ਗੌਰਮੈਂਟ ਆਫ ਇੰਡੀਆ ਨੇ ਕੀਤਾ ਹੋਇਆ, ਠੀਕ ਹੈ। ਜਸਟ ਅ ਮਿੰਟ, ਕਾਫੀ ਹੈ ਨਾ, ਚਲੋ ਆਪਾਂ ਅੱਜ ਉਰੇ ਤੱਕ ਹੀ ਕਰਾਂਗੇ। ਚਲੋ ਲਾਸਟ ਕੁਐਸਚਨ ਕਰਾਂਗੇ, ਉਸ ਤੋਂ ਬਾਅਦ ਆਪਾਂ ਫਿਰ ਨੈਕਸਟ 'ਚ ਦੇਖਾਂਗੇ, ਠੀਕ ਹੈ। ਦੱਸੋ 235ਵਾਂ ਕੁਐਸਚਨ ਦਾ ਆਨਸਰ ਕਿਆ ਹੈ, ਗੌਰਮੈਂਟ ਆਫ ਇੰਡੀਆ, ਹੈ ਨਾ। ਤਾਂ ਜਿਹੜੀ ਕਰਨਾਟਕਾ ਅਤੇ ਵੈਸਟ ਬੰਗਾਲ ਜਿਹੜੀਆਂ ਪ੍ਰੈਸਿਸ ਹੈ ਉਸਨੂੰ ਕਿੰਨੇ ਓਨ ਕੀਤਾ ਹੋਇਆ, ਉਸਨੂੰ ਉਹ ਇੱਕ ਤਰ੍ਹਾਂ ਦੀ RBI ਦੀ ਸਬਸਿਡਰੀ ਹੈ, ਧਿਆਨ 'ਚ ਰੱਖਣਾ। ਜਿਹੜੀਆਂ ਕੁਆਇਨਸ ਜਿਹੜੀਆਂ ਪ੍ਰੈਸਿਸ ਹੈ, ਠੀਕ ਹੈ, ਕੁਆਇਨਸ ਦੀਆਂ ਜਿਹੜੀਆਂ ਪ੍ਰੈਸਿਸ ਹੈ, ਜਿਹੜੀਆਂ ਆਪਣੀਆਂ ਜਾਂ ਕਰੰਸੀ ਜਿਹੜੀ ਪ੍ਰੈਸਿਸ ਹੈ ਜਿਹੜੀਆਂ ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਵਿੱਚ, ਉਹਨੂੰ ਗੌਰਮੈਂਟ ਆਫ ਇੰਡੀਆ ਨੇ ਓਨ ਕੀਤਾ ਹੋਇਆ। ਜਿਹੜੀ ਕਰਨਾਟਕਾ ਅਤੇ ਵੈਸਟ ਬੰਗਾਲ ਵਿੱਚ ਉਸਨੂੰ RBI ਨੇ ਓਨ ਕੀਤਾ ਹੋਇਆ, ਇਹ ਧਿਆਨ 'ਚ ਰੱਖਣਾ। ਫਸਟ ਪ੍ਰਿੰਟਿੰਗ ਪ੍ਰੈਸ ਫॉर ਬੈਂਕਿੰਗ ਨੋਟਸ ਇਨ ਇੰਡੀਆ ਵਾਸ ਐਸਟੈਬਲਿਸ਼, ਪਹਿਲਾ ਐਸਾ ਪ੍ਰਿੰਟਿੰਗ ਪ੍ਰੈਸ ਜੋ ਬੈਂਕਿੰਗ ਨੋਟਸ ਐਸਟੈਬਲਿਸ਼ ਕੀਤਾ ਗਿਆ, ਕਿੱਥੇ ਐਸਟੈਬਲਿਸ਼ ਕੀਤਾ ਗਿਆ, ਇਹ ਕੀਤਾ ਗਿਆ ਨਾਸਿਕ ਵਿੱਚ। ਕਦੋਂ ਕੀਤਾ ਗਿਆ, 1928 ਵਿੱਚ, ਇਹ ਆਪਸ਼ਨ। ਕੁਆਇਨਸ ਆਰ ਮਿੰਟਡ ਬਾਏ, ਕੁਆਇਨਸ ਨੂੰ ਕੌਣ ਮਿੰਟ ਕਰਦਾ, ਸਾਹਬ ਦੀ ਗੱਲ ਹੈ ਗੌਰਮੈਂਟ ਆਫ ਇੰਡੀਆ ਕਰਦੇ ਹੈ। ਕਰੰਸੀ ਨੋਟਸ ਤਾਂ ਚਲੋ RBI ਕੋਲ ਹੈ, ਬਟ ਕੁਆਇਨਸ ਜਿਹੜੇ ਆ ਉਹ ਗੌਰਮੈਂਟ ਆਫ ਇੰਡੀਆ ਕੋਲ। ਕੁਆਇਨਸ ਆਰ ਮਿੰਟਡ ਇਨ ਵਿਚ ਸਿਟੀਜ਼, ਕੁਆਇਨਸ ਨੂੰ ਕਿੱਥੇ ਮਿੰਟ ਕੀਤਾ ਜਾਂਦਾ ਹੈ, ਇਹ ਤੁਹਾਨੂੰ ਮੈਂ ਦੱਸਿਆ ਹੋਇਆ, ਚੈਪਟਰ ਪੜ੍ਹਾਇਆ ਸੀ ਤੁਹਾਨੂੰ ਮੈਂ। ਇਹ ਸਾਰੀ ਜਗ੍ਹਾਵਾਂ 'ਤੇ, ਮੁੰਬਈ ਵਿੱਚ, ਨੋਇਡਾ ਵਿੱਚ, ਕੋਲਕਾਤਾ ਵਿੱਚ, ਹੈਦਰਾਬਾਦ ਵਿੱਚ, ਸਮਝ ਗਏ। ਉਸ ਤੋਂ ਬਾਅਦ RBI issued 10 denomination bank notes in the Mahatma Gandhi news series which has the motive of Sun Temple Konark on the reverse, Sanchi Stupa, Magellan, Rani Ki Vav। ਜਿਹੜੇ 10ਵੇਂ ਨੋਟ ਦੇਖਣ ਨੂੰ ਮਿਲਦੇ ਆ ਉਸ ਸੀਰੀਜ਼ ਵਿੱਚ ਮੋਟਿਵ ਕੀ ਹੈ, ਜਿਹੜਾ ਪਿੱਛੇ ਤੁਹਾਨੂੰ ਦੇਖਣ ਨੂੰ ਮਿਲਦਾ ਨਾ, ਫੋਟੋ ਦੇਖਣ ਨੂੰ ਮਿਲਦੀ ਹੈ 10 ਰੁਪਏ ਦੇ ਨੋਟ ਵਿੱਚ, ਪਿੱਛੇ ਜਿਹੜੀ ਫੋਟੋ ਦੇਖਣ ਨੂੰ ਮਿਲ ਰਹੀ ਹੈ ਉਹ ਕਿਸ ਦੀ ਫੋਟੋ ਹੈ, ਸਨ ਟੈਂਪਲ ਕੋਨਾਰਕ ਦੀ ਹੈ, ਠੀਕ ਹੈ, ਸਾਂਚੀ ਸਤੂਪਾ ਦੀ ਹੈ, ਮੰਗਿਆਲਨ ਦੀ ਹੈ, ਜਾਂ ਰਾਨੀ ਕੀ ਵਾਵ ਹੈ, ਦੱਸੋ। ਇਹਦਾ ਆਨਸਰ ਆ ਜਾਏਗਾ ਆਪਣਾ, ਦੱਸੋ, ਸਨ ਟੈਂਪਲ ਕੋਨਾਰਕ ਦੀ ਹੈ, ਸਮਝ ਗਏ। ਰਿਵਰਸ 'ਤੇ ਗੱਲ ਕਰ ਰਿਹਾ ਮੈਂ, ਰਿਵਰਸ, ਸਮਝ ਗਏ। ਚਲੋ ਅੱਜ ਆਪਾਂ ਉਰੇ ਤੱਕ ਕੀ ਕਰਾਂਗੇ, ਠੀਕ ਹੈ। 100 ਕੀ ਆਪਾਂ ਨੇ, ਹਾਂ 100 ਤੋਂ ਉੱਪਰ ਕਰ 120 ਕੁਐਸਚਨ ਕੀਤੇ ਆਪਾਂ ਨੇ, ਠੀਕ ਹੈ। ਸੋ ਅੱਧਾ ਆਪਣੀ ਦੇਖੋ 500 ਕੁਐਸਚਨਾਂ ਵਿੱਚੋਂ 250 ਤਾਂ ਆਲਮੋਸਟ ਹੋ ਚੁੱਕੇ, ਡਨ। ਸੋ ਥੈਂਕ ਯੂ ਵੈਰੀ ਮਚ।